सतनाम श्री वाहेगुरु जी। अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाए जियो। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महा पुरख की, निज घर वासा होए। वाह वाह का बड़ा तमाशा, आपे हसै आप ही चितवै। आपे चंद सूर पर गासा, आपे जल आपे थल थम्मन। आपे किया घट घट बासा, आपे नर आपे फुन नारी। आपे सार आप ही पासा। गुरमुख संगत सबे विचारो, वाह वाह का बड़ा तमाशा। गुरमुख संगत सबे विचारो, वाह वाह का बड़ा तमाशा। वाहिगुरु जी का खालसा, वाहिगुरु जी की फतेह। ए धन धन श्री गुरु रामदास साहिब महाराज जी की पावन उस्तत विच जो मुबारक सवैये लड़ीवार विचार जिन्हां दी चल रही है, श्री गुरु ग्रंथ साहिब महाराज जी दे पावन अंग
1403 ਉੱਤੇ ਸੁਭਾਈਮਾਨ ਹਨ। 41ਵਾਂ ਸਵਈਆ ਅੱਜ ਜਿਸ ਦੀ ਵਿਚਾਰ ਹੋਣੀ ਹੈ, ਆਪ ਜੀ ਨੂੰ ਵਿਚਾਰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ, ਹੈਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ। ਆਪ ਜੀ ਤਿਨਾਂ ਪਾਸੋਂ ਪ੍ਰੇਮ ਸਹਿਤ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ। ਨਾਲ ਹੀ ਆਪ ਜੀ ਦੇ ਸਨਮੁਖ ਬੇਨਤੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੋ ਪਾਵਨ ਸ਼ਹੀਦੀ ਗੁਰਪੁਰਬ ਆ ਰਹੇ ਹਨ, ਉਹ ਮਿਤੀ 8 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਮਨਾਏ ਜਾ ਰਹੇ ਹਨ। ਨਾਲ ਹੀ ਬੇਨਤੀ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੱਜ ਮਿਤੀ 5 ਤਰੀਕ ਨੂੰ ਸ਼ਾਮੀ 5 ਤੋਂ ਲੈ ਕੇ ਰਾਤਰੀ 12 ਵਜੇ ਤੱਕ ਰਾਗ ਦਰਬਾਰ ਸਜਾਏ ਜਾ ਰਹੇ ਹਨ ਅਤੇ 6 ਦਸੰਬਰ ਨੂੰ ਕਵੀ ਦਰਬਾਰ ਦੇ ਸਮਾਗਮ ਹਨ ਸ਼ਾਮੀ 8:30 ਤੋਂ ਲੈ ਕੇ ਰਾਤਰੀ 11 ਵਜੇ ਤੱਕ। ਇਹਨਾਂ ਸਾਰੇ ਹੀ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ, ਆਪਣਾ ਜੀਵਨ ਸਫਲ ਬਣਾਓ ਜੀ। ਆਓ ਹੁਣ ਪ੍ਰੇਮ ਸਹਿਤ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਕਿਸ ਰੂਪ ਨਹੀਂ, ਕਿਸ ਜਾਤ ਨਾਹੀ, ਕਿਸ ਢੰਗ ਨਾ ਮੇਰਾ, ਕਿਆ ਮੋਹ ਲੈ ਬੋਲ ਹੈ, ਗੁਣ ਵਿਹੂਣ ਨਾਮ ਜਪਿਆ ਨਾ ਤੇਰਾ। ਕਿਛ ਰੂਪ ਨਹੀਂ, ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ, ਕਿਆ ਮੂੰਹ ਲੈ ਬੋਲ ਹੈ, ਗੁਣ ਵਿਹੂਣ ਨਾਮ ਜਪਿਆ ਨਾ ਤੇਰਾ। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਬੂਝ ਅੰਧਕਾਰ ਡਾਰਕਨੈਸ, ਮਨ ਦੇ ਹਨੇਰੇ ਨੂੰ ਦੂਰ ਕਰ, ਨਿਰੰਕਾਰ ਪਰਵਤਗਾਰ ਪਰਮੇਸ਼ਰ ਨਾਲ ਮਿਲਾਉਣ ਵਾਲੇ ਸਾਂਝੇ ਰਹਿਬਰ, ਮਨੁੱਖਤਾ ਦਾ ਭਲਾ ਕਰਨ ਵਾਲੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਤਿਨਾਂ ਦੇ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰੂ ਕੀ ਪਾਵਨ ਹਜ਼ੂਰੀ ਅੰਦਰ, ਜਿੱਥੇ ਗੁਰੂ ਦੀ ਰਹਿਮਤ ਬਖਸ਼ਿਸ਼ ਸਦਕੇ ਸਾਨੂੰ ਸਭ ਨੂੰ ਤਨ ਕਰਕੇ ਆਉਣ ਦਾ ਅਵਸਰ ਪ੍ਰਾਪਤ ਹੋਇਆ ਹੈ। ਗੁਰੂ ਰੂਪ ਸਾਧ ਸੰਗਤ, ਗੁਰੂ ਅੱਗੇ ਤਰਲਾ ਲਈਏ ਕਿ ਪਾਤਸ਼ਾਹ ਜਿੱਥੇ ਤਨ ਕਰਕੇ ਆਏ ਆ, ਕਿਧਰੇ ਮਨ ਦਾ ਵੀ ਟਿਕਾ ਬਣ ਜਾਏ। ਜਿੱਥੇ ਤਨ ਹੈ ਲਿਆਓ ਮਨ, ਕਰੋ ਸੁਰਤੀਆਂ ਬਿਰਤੀਆਂ ਇਕਾਗਰ, ਬਣਾਓ ਰਸਨਾ ਨੂੰ ਸਫਲਾ। ਜੋ ਆਪਾਂ ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਪਾਰਸ ਜੀ ਪਾਸੋਂ ਇਹ ਭੱਟ ਗਿਆਨ ਨਾਮ, ਜਿਨ੍ਹਾਂ ਦੇ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ ਹੈ, ਇਸ ਸਵਈਏ ਦੀ ਵਿਚਾਰ ਕਰ ਸਕੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਦੇ ਹਾਂ, ਰਸਨਾ ਨੂੰ ਸਫਲਾ ਬਣਾਉਂਦੇ ਹਾਂ। ਜਿੱਥੇ ਤਨ ਹੈ ਟਿਕਾਓ ਮਨ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਵਾਹ ਵਾਹ ਕਾ ਬੜਾ ਤਮਾਸ਼ਾ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਨ, ਆਪੇ ਕੀਆ ਘਟ ਘਟ ਬਾਸਾ, ਆਪੇ ਨਰ ਆਪੇ ਫੁਨ ਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭ ਹੈ ਵਿਚਾਰੋ, ਵਾਹ ਵਾਹ ਕਾ ਬੜਾ ਤਮਾਸ਼ਾ। ਭੱਟ ਗਿਆਨੰਦ ਜੀ ਇਸ ਸਵਈਏ ਤੋਂ ਪਹਿਲਾਂ ਵੀ ਕਹਿੰਦੇ ਨੇ ਵਾਹ ਵਾਹ ਕਾ ਵੱਡਾ ਤਮਾਸ਼ਾ, ਤੇ ਸਵਈਏ ਦੇ ਆਖਰੀ ਤੁਕ ਵਿੱਚ ਵੀ ਕਹਿ ਰਹੇ ਨੇ ਗੁਰਮੁਖ ਸੰਗਤ ਸਭੈ ਵਿਚਾਰੋ, ਫਿਰ ਕਹਿ ਦਿੱਤਾ ਵਾਹ ਵਾਹ ਕਾ ਵੱਡਾ ਤਮਾਸ਼ਾ। ਹੁਣ ਤਮਾਸ਼ਾ ਕੀ ਹੈ? ਤਮਾਸ਼ਾ ਜਿਹੜਾ ਆਪਾਂ ਦ੍ਰਿਸ਼ ਅੱਖਾਂ ਨਾਲ ਵੇਖਦੇ ਹਾਂ, ਤੇ ਤਮਾਸ਼ਾ ਉਹ ਹੈ ਜਿਹੜੀ ਖੇਡ ਜਿਸ ਦੇ ਵੇਖਣ ਦੇ ਨਾਲ ਸਾਡੇ ਮਨ ਦਾ ਪਰਚਾਵਾ ਹੋਵੇ। ਮਨ ਉਸ ਤਮਾਸ਼ੇ ਨੂੰ ਵੇਖ ਕੇ ਜਦੋਂ ਅੱਖਾਂ ਨਾਲ ਵੇਖੀਏ ਤੇ ਮਨ ਪ੍ਰਸੰਨ ਹੋਵੇ, ਖੁਸ਼ ਹੋਵੇ, ਖਿੜ ਜਾਵੇ, ਉਹਨੂੰ ਤਮਾਸ਼ਾ ਕਿਹਾ ਜਾਂਦਾ ਹੈ। ਪਰ ਅਸੀਂ ਇਸ ਤਮਾਸ਼ੇ ਨੂੰ ਸਾਰਾ ਸੰਸਾਰ ਹੀ ਵੇਖ ਰਹੇ ਹਾਂ। ਇੱਕ ਤਮਾਸ਼ਾ ਵੇਖਦਾ ਹੈ, ਉਸ ਨੂੰ ਉਸ ਤਮਾਸ਼ੇ ਦੀ ਅਸਲੀਅਤ ਦਾ ਪਤਾ ਹੁੰਦਾ ਹੈ ਵੀ ਇਹ ਜਿਹੜਾ ਤਮਾਸ਼ਾ ਹੈ ਸਭ ਝੂਠ ਹੈ। ਜਿਵੇਂ ਕੋਈ ਪਰਦੇ ਦੇ ਪਿੱਛੇ ਕੰਮ ਕਰ ਰਿਹਾ, ਸੀਰੀਅਲ ਅੱਗੇ ਚੱਲ ਰਿਹਾ ਹੈ, ਲੋਕ ਬਹੁਤ ਆਦ ਗਿਣਤੀ ਵਿੱਚ ਉਸ ਸੀਰੀਅਲ ਨੂੰ ਵੇਖ ਰਹੇ ਨੇ। ਉਸ ਸੀਰੀਅਲ ਦੇ ਵਿੱਚ, ਉਸ ਪਿਕਚਰ ਦੇ ਵਿੱਚ ਕੀ ਕੁਝ ਹੁੰਦਾ ਹੈ ਸਭ ਝੂਠ ਹੈ, ਪਰ ਵੇਖਣ ਵਾਲਾ ਪ੍ਰਭਾਵਿਤ ਹੋ ਜਾਵੇ ਕਿ ਜੋ ਕੁਝ ਹੋਇਆ ਹੈ ਇਹ ਸਭ ਸੱਚ ਹੈ। ਤੇ ਕਈ ਵਾਰੀ ਉਹਦੇ ਅੰਦਰੋਂ ਵੈਰਾਗ ਆਉਣਾ ਸ਼ੁਰੂ ਹੋ ਜਾਂਦਾ ਹੈ, ਨੇਤਰਾਂ ਚੋਂ ਜਲ ਆਉਣਾ ਸ਼ੁਰੂ ਹੁੰਦਾ, ਪਰ ਨਾਲ ਕੋਈ ਬੈਠਾ ਹੋਵੇ ਕਹਿੰਦਾ ਕਿਉਂ ਤੇਰੇ ਨੇਤਰ ਸੇਜਲ ਕਿਉਂ ਹੋ ਗਏ? ਕਹਿਣ ਲੱਗੇ ਆ ਮੈਂ ਇਹ ਦ੍ਰਿਸ਼ ਵੇਖਿਆ, ਵੇਖ ਕੀ ਹੋ ਰਿਹਾ। ਨਾਲ ਕਹੇਗਾ ਨਹੀਂ ਕਮਲਿਆ ਇਹ ਸੱਚੀ ਨਹੀਂ ਹੈ, ਇਹ ਸੱਚ ਨਹੀਂ ਹੈ, ਇਹ ਕੇਵਲ ਇੱਕ ਖੇਡ ਹੈ, ਇੱਕ ਦ੍ਰਿਸ਼ ਹੈ, ਇਹ ਸੱਚ ਨਹੀਂ ਹੈ ਜੋ ਕੁਝ ਦੇਖ ਰਿਹਾ ਹੈ ਅੱਖਾਂ ਦੇ ਸਾਹਮਣੇ। ਹੁਣ ਮੇਰੇ ਸਾਹਿਬ ਜੀ ਸਾਨੂੰ ਇਸ ਸ਼ਬਦ ਦੇ ਵਿੱਚ ਭੱਟ ਸਾਹਿਬਾਨ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜੋ ਅਸੀਂ ਇਸ ਦ੍ਰਿਸ਼ ਅੱਖਾਂ ਨਾਲ ਵੇਖ ਰਹੇ ਹਾਂ ਇਹ ਸੱਚ ਨਹੀਂ ਹੈ। ਆਪਾਂ ਪੜ੍ਹਦੇ ਰੋਜ਼ ਜਾਂ ਸੱਚ ਕਾਲ ਕੂੜ ਵਰਤਿਆ, ਸੱਚ ਦਾ ਤੇ ਕਾਲ ਪੈ ਗਿਆ, ਕੂੜ ਝੂਠ ਵਰਤ ਰਿਹਾ ਸਾਰੇ ਪਾਸੇ। ਤਮਾਸ਼ੇ ਤੇ ਰੁਕਣਾ ਮੈਂ ਕੁਛ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਉਸ ਪਰਮ ਪੁਰਖ ਪਰਮੇਸ਼ਵਰ ਪ੍ਰਮਾਤਮਾ ਦਾ ਦਾਸ ਹਾਂ। ਮੈਂ ਵੀ ਆਇਆ ਸੰਸਾਰ ਦੇ ਵਿੱਚ, ਦੇਖਣ ਆਇਓ ਜਗਤ ਤਮਾਸ਼ਾ। ਇਹ ਸੰਸਾਰ ਇੱਕ ਪ੍ਰਮਾਤਮਾ ਦੀ ਜਿਹੜੀ ਇਹ ਖੇਡ ਹੈ, ਤਮਾਸ਼ਾ ਇਹਨੂੰ ਇਸ ਤਰ੍ਹਾਂ ਕਹਿ ਲਓ ਖੇਡ। ਇਹ ਪ੍ਰਮਾਤਮਾ ਨੇ ਜੋ ਖੇਡ ਰਚੀ ਹੈ, ਮੈਂ ਇਸ ਖੇਡ ਨੂੰ ਵੇਖਣ ਵਾਸਤੇ ਆਇਆ। ਪਰ ਇੱਕ ਖੇਡ ਵੇਖਦਾ ਹੈ, ਉਸ ਖੇਡ ਨੂੰ ਵੇਖ ਕੇ ਉਹ ਮਨ ਨੂੰ ਬਹਿਲਾਉਂਦਾ ਹੈ, ਮਨ ਨੂੰ ਪਰਚਾਉਂਦਾ ਹੈ, ਪਰ ਅੱਗੇ ਆਪਣੇ ਕੰਮ ਲਈ ਤੁਰ ਪੈਂਦਾ ਹੈ। ਪਰ ਜੇ ਕੋਈ ਖੇਡ ਨੂੰ ਵੇਖ ਕੇ ਉੱਥੇ ਹੀ ਖਲੋ ਜਾਵੇ, ਅੱਗੇ ਵਧੇ ਹੀ ਨਾ, ਤੇ ਉਹ ਆਪਣੇ ਕਾਰਜ, ਆਪਣੇ ਮਕਸਦ ਤੋਂ, ਆਪਣੇ ਟਾਰਗੇਟ ਤੋਂ ਉਹ ਵਾਂਝਾ ਰਹਿ ਜਾਏਗਾ।
ਸਾਹਿਬ ਜੀ ਸਾਨੂੰ ਕਹਿ ਰਹੇ ਨੇ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ। ਇਹ ਜਿਹੜਾ ਤਮਾਸ਼ਾ ਹੈ ਪ੍ਰਮਾਤਮਾ ਨੇ ਇੱਕ ਖੇਡ ਬਣਾਈ ਹੈ। ਕੀਆ ਖੇਲ ਬੜ ਮੇਲ ਤਮਾਸ਼ਾ। ਵਾਹ ਗੁਰੂ ਤੇਰੀ ਸਭ ਰਚਨਾ, ਇਹ ਤੇਰੀ ਰਚਨਾ ਹੈ। ਵਾਹ ਜਿਹੜਾ ਵਾਹ ਗੁਰੂ ਹੈ ਨਾ, ਇਹ ਵਾਹਿਗੁਰੂ ਦਾ ਸੰਖੇਪ ਹੈ। ਵਾਹਿਗੁਰੂ ਦਾ ਸੰਖੇਪ ਸ਼ਬਦ ਹੈ ਵਾਹਿਗੁਰੂ। ਅਸੀਂ ਨਗਰਾਂ ਦੇ ਵਿੱਚ ਮਾਤਾਵਾਂ ਜਿਹੜੀਆਂ ਨੇ ਉਹ ਬੋਲਿਆ ਕਰਦੀਆਂ ਨੇ ਵਾਹਿਗੁਰੂ ਵਾਹਿਗੁਰੂ, ਪਰ ਅਸੀਂ ਵਾਹਿਗੁਰੂ ਉਚਾਰਨ ਕਰਦੇ ਹਾਂ। ਜੇ ਇਹਦਾ ਅਰਥ ਕਰੀਏ, ਅਰਥਾਂ ਵੱਲ ਵੇਖੀਏ ਤੇ ਹੈ ਵਾਹ ਵਾਹ। ਜਦੋਂ ਕੋਈ ਅਸੀਂ ਕਿਸੇ ਨੂੰ ਅਰਚਰਚ ਕੰਮ ਵੇਖਦੇ ਹਾਂ, ਜਦੋਂ ਹੈਰਾਨੀ ਅੰਦਰੋਂ ਪੈਦਾ ਹੁੰਦੀ ਹੈ ਤੇ ਅਸੀਂ ਕਹਿੰਦੇ ਹਾਂ ਵਾਹ ਗੁਰੂ ਵਾਹ। ਗੂ ਅਤੇ ਰੂ ਮੀਨਸ ਰੋਸ਼ਨੀ ਦੇਣ ਵਾਲਿਆ, ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਲਿਆ, ਵਾਹ ਤੇਰੀ ਖੇਡ ਹੈ ਜਿਹੜੀ ਤੂੰ ਰਚਨਾ ਰਚੀ ਹੈ। ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਇਹ ਤੂੰ ਚੋਜ ਕਰਨੇ ਆਏ, ਤੂੰ ਇੱਕ ਖੇਡ ਰਚਾਈ ਹੈ। ਪਰ ਇਸ ਖੇਡ ਨੂੰ ਵਿਰਲਾ ਮਨੁੱਖ ਸਮਝ ਪਾਇਆ, ਹਰ ਇੱਕ ਮਨੁੱਖ ਸਮਝਿਆ ਨਹੀਂ ਹੈ। ਮਾਨੋ ਕਿ ਇੱਕ ਮਦਾਰੀ ਜਿਹੜਾ ਹੈ ਉਹ ਖੇਡ ਉਹਨੇ ਆਪਣੀ ਚਰਾਏ ਵਿੱਚ, ਚਰਸਤੇ ਦੇ ਵਿੱਚ ਆਰੰਭ ਕਰ ਦਿੱਤੀ, ਸ਼ੁਰੂ ਕਰ ਦਿੱਤੀ। ਵੇਖਣ ਵਾਲਿਆਂ ਦੀ ਭੀੜ ਲੱਗ ਗਈ ਹੈ। ਉਸ ਚਰਸਤੇ ਵਿੱਚ ਖੜੇ ਹੋਏ ਲੋਕ ਉਸ ਮਦਾਰੀ ਦੀ, ਕਲਾਕਾਰ ਦੀ ਖੇਡ ਨੂੰ ਵੇਖ ਰਹੇ ਨੇ। ਜਦੋਂ ਸਾਰੀ ਆਪਣੀ ਖੇਡ ਵਿਖਾਉਂਦਾ ਹੈ, ਕਦੀ ਇਹੋ ਜਿਹਾ ਬੋਲ ਬੋਲਦਾ, ਕਦੀ ਕੁਝ ਮੰਗਾ ਲੈਂਦਾ, ਕਦੀ ਕੁਝ ਮੰਗਾ ਲੈਂਦਾ, ਕਦੀ ਕਰੰਸੀ ਬਣਾ ਦਿੰਦਾ ਹੈ, ਕਦੀ ਰੇੜੂਆ ਮੰਗਾ ਲੈਂਦਾ। ਖੇਡ ਰਿਹਾ, ਉਹ ਅੱਖਾਂ ਦੇ ਸਾਹਮਣੇ ਵਿਖਾ ਰਿਹਾ ਹੈ। ਪਰ ਜਦੋਂ ਉਹਦੀ ਖੇਡ ਖਤਮ ਹੁੰਦੀ ਹੈ, ਉਹ ਫਿਰ ਕਹਿੰਦਾ ਮੇਰੀ ਖੇਡ ਜਿਹੜੀ ਤੁਸੀਂ ਵੇਖੀ ਹੈ ਇਹਦੇ ਬਦਲੇ ਕੁਝ ਦਿਓ। ਪਰ ਜੇ ਉਹਨੂੰ ਪੁੱਛੀਏ ਤੂੰ ਖੇਡ ਵਿਖਾਉਣ ਵਾਲਿਆ, ਕਰੰਸੀ ਹਰ ਚੀਜ਼ ਤੂੰ ਇੱਥੇ ਸਾਡੇ ਸਾਹਮਣੇ ਮੰਗਾ ਲਈ, ਹੁਣ ਸਾਡੇ ਕੋਲ ਕਿਉਂ ਮੰਗਦਾ ਹੈ? ਤੇਰੇ ਕੋਲ ਤੇ ਬਹੁਤ ਕਲਾ ਹੈ। ਉਹ ਪਤਾ ਕੀ ਕਹੇਗਾ? ਕਹੇਗਾ ਇਹ ਜਿਹੜੀ ਖੇਡ ਮੈਂ ਵਿਖਾਈ ਹੈ ਸੱਚ ਨਹੀਂ ਹੈ। ਇਹ ਕੇਵਲ ਤੇ ਕੇਵਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਮਨ ਪਰਚਾਵਾ ਕੀਤਾ, ਇਹ ਸੱਚ ਨਹੀਂ ਹੈ। ਹੁਣ ਗੁਰੂ ਸਾਹਿਬ ਜੀ ਵੀ ਸਾਨੂੰ ਇਹ ਦੱਸਣਾ ਚਾਹੁੰਦੇ ਨੇ, ਬੰਦਿਆ ਇਹ ਜਿਹੜੀ ਖੇਡ ਹੈ, ਇਹ ਜਿਹੜਾ ਪਸਾਰਾ ਪਸਾਰਿਆ ਹੈ ਸੱਚ ਨਹੀਂ ਹੈ। ਤੂੰ ਇਹਨੂੰ ਸੱਚ ਮੰਨ ਕੇ ਬਹਿ ਗਿਆ। ਕੀਆ ਖੇਲ ਬੜ ਮੇਲ ਤਮਾਸ਼ਾ। ਵਾਹ ਗੁਰੂ ਇਹ ਤੇਰੀ ਸਾਰੀ ਰਚਨਾ ਇਹ ਤੋਂ ਰਚੀ ਹੋਈ ਹੈ। ਪਰ ਇਸ ਖੇਡ ਨੂੰ ਜਿਸ ਨੇ ਸਮਝ ਲਿਆ, ਜਿਸ ਨੇ ਜਾਣ ਲਿਆ, ਖੇਡ ਵੇਖੋ। ਆਪਾਂ ਪੜ੍ਹਦੇ ਆ ਨਾ, ਪੰਜਾਂ ਤੱਤਾਂ ਤੋਂ ਇਹ ਸਰੀਰ ਬਣੇ ਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਵੀ ਆ ਰਿਹਾ। ਮੈਂ ਤਮਾਸ਼ੇ ਤੇ ਰੁਕਾਂਗਾ ਥੋੜੀ ਦੇਰ ਹੋਰ। ਬਾਣੀ ਕਹਿੰਦੀ ਹੈ ਪੰਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਿਹਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ। ਪੰਜ ਤੱਤਾਂ ਦਾ ਖੇਡ, ਪੰਜ ਤੱਤਾਂ ਦੀ ਪ੍ਰਮਾਤਮਾ ਨੇ ਇਹ ਖੇਡ ਬਣਾ ਦਿੱਤੀ ਹੈ। ਸਰੀਰ ਇੱਕ ਖੇਡ ਹੈਗਾ। ਪੰਜ ਤੱਤ ਆਪਸ ਵਿੱਚ ਦੋਵੇਂ, ਪੰਜੇ ਹੀ ਆਪਸ ਵਿੱਚ ਵਿਰੋਧੀ ਨੇ ਇੱਕ ਦੂਸਰੇ ਦੇ। ਪੰਜ ਤੱਤ ਜਲ, ਵਾਯੂ, ਧਰਤੀ, ਅਗਨੀ, ਆਕਾਸ਼। ਪਾਣੀ ਦਾ ਤੇ ਅੱਗ ਦਾ ਕੋਈ ਸਬੇਲ ਨਹੀਂ ਹੈ। ਜੇ ਅੱਗ ਮੱਚ ਰਹੀ ਹੈ ਉੱਤੇ ਪਾਣੀ ਪਾ ਦਿਓ, ਅੱਗ ਬੁਝ ਜਾਂਦੀ ਹੈ। ਖੇਡ ਦੀ ਗੱਲ ਹੈ। ਪਰ ਪ੍ਰਮਾਤਮਾ ਨੇ ਇਹੋ ਜੀ ਖੇਡ, ਇਹੋ ਜੀ ਰਚਨਾ ਰਚੀ ਕਿ ਪਾਣੀ ਦਾ ਤੇ ਤੱਤ ਦਾ, ਜਲ ਦਾ ਮੇਲ ਕਰਾ ਦਿੱਤਾ ਹੈ। ਪੰਜ ਤੱਤ ਜਿਸ ਨੂੰ ਅਸੀਂ ਇਸ ਤਰ੍ਹਾਂ ਵੀ ਕਹਿ ਦਿੰਦੇ ਹਾਂ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ।
ਸ਼ਬਦ ਕੀ ਹੈ? ਜੋ ਹੁਣ ਮੈਂ ਬੋਲ ਰਿਹਾ ਆਪ ਤੱਕ ਆਵਾਜ਼ ਪਹੁੰਚ ਰਹੀ ਹੈ, ਇਹਨੂੰ ਸ਼ਬਦ ਕਹਿੰਦੇ ਨੇ। ਸ਼ਬਦ ਦਾ ਤੱਤ ਕੀ? ਆਕਾਸ਼। ਆਕਾਸ਼ ਦਾ ਤੱਤ ਹੈ ਸ਼ਬਦ। ਜੇ ਸਪੇਸ ਨਾ ਹੋਵੇ, ਜੋ ਸਾਡੇ ਅੰਦਰ ਸਪੇਸ ਹੈ, ਤੇ ਕੁਝ ਅੰਦਰ ਜਾ ਨਹੀਂ ਸਕਦਾ। ਇਹ ਰੱਬ ਨੇ ਖੇਡ ਹੀ ਬਣਾਈ ਹੈ ਨਾ। ਜੋ ਕੁਝ ਪਾਉਂਦੇ ਆ ਉਹ ਸਭ ਹਜ਼ਮ ਕਰੀ ਜਾਂਦੇ ਆ। ਜੋ ਕੁਝ ਅੰਦਰ ਜਾਂਦਾ ਹੈ, ਜੋ ਮਿਲੇ ਉਸ ਨੂੰ ਅੰਦਰ ਪਾਈ ਤੁਰੇ ਜਾਂਦੇ ਆ। ਕੂੜ ਮਿਲੇ, ਕਬਾੜ ਮਿਲੇ, ਨਸ਼ਾ ਮਿਲੇ, ਕੁਝ ਵੀ ਮਿਲ ਜਾਏ ਉਹਨੂੰ ਅੰਦਰ ਸੁੱਟੀ ਜਾਂਦੇ ਆ। ਉਹ ਭਸਮ ਕਰੀ ਜਾ ਰਿਹਾ। ਇਹੋ ਜੀ ਅੰਦਰ ਅੱਗ ਰੱਖੀ ਹੋਈ ਆ ਰੱਬ ਨੇ। ਸਪੇਸ, ਵਿਦੇਸ਼ ਵਿੱਚ ਬੈਠੇ ਆ, ਸਪੇਸ ਹੈਗਾ ਏ ਤਾਂ ਹੀ ਉਥੋਂ ਆਡੀਓ ਵੀਡੀਓ ਪਲਾਂ ਦੇ ਵਿੱਚ ਇਸ ਧਰਤੀ ਤੇ ਉੱਥੇ ਤੇ ਉਥੋਂ ਇੱਥੇ। ਜੇ ਸਾਡੀ ਬਾਡੀ ਵਿੱਚ ਸਪੇਸ ਹੈ ਤੇ ਕੁਝ ਅਸੀਂ ਸਾਡੇ ਅੰਦਰ ਜਾ ਰਿਹਾ। ਮੇਰੇ ਪਾਤਸ਼ਾਹ ਕਹਿੰਦੇ ਨੇ ਸ਼ਬਦ। ਸਪਰਸ਼, ਸਪਰਸ਼ ਕੀ ਹੈ? ਸਾਡੀ ਸਕਿਨ। ਇਹ ਜਿਹੜੀ ਸਕਿਨ ਹੈ, ਬਾਡੀ ਹੈ, ਵੇਖੋ ਇਸ ਨੂੰ ਜੇ ਹਵਾ ਤੱਤੀ ਲੱਗਦੀ ਹੈ ਤਾਂ ਦੱਸ ਦਿੰਦੀ ਹੈ ਵੀ ਮੈਨੂੰ ਹਵਾ ਤੱਤੀ ਲੱਗ ਰਹੀ ਹੈ। ਜੇ ਠੰਡੀ ਹੋਵੇ ਤੇ ਫਿਰ ਕਹਿ ਦਿੰਦੀ ਬੜੀ ਸੀਤ ਵਗ ਰਹੀ ਹੈ, ਮੋਟੇ ਕੱਪੜੇ ਪਾ ਲਾ। ਸ਼ਬਦ, ਸਪਰਸ਼ ਤੇ ਰੂਪ। ਰੂਪ ਇੱਕ ਗੁਣ ਹੈ, ਅੱਗ ਦਾ ਗੁਣ ਹੈ। ਹੁਣ ਇਹ ਜਿਹੜਾ ਅੱਗ ਦਾ ਗੁਣ ਰੂਪ ਹੈ, ਇਸ ਰੂਪ ਅੱਗ ਦਾ ਗੁਣ ਰੂਪ ਹੈ। ਤੇ ਜਦੋਂ ਬਾਣੀ ਵਿੱਚ ਆਪਾਂ ਪੜ੍ਹਦੇ ਸੁਣਦੇ, ਭਾਈ ਗੁਰਦਾਸ ਜੀ ਨੇ ਵੀ ਕਿਹਾ, ਅੱਖੀ ਦੇਖ ਨਾ ਤਮਾਸ਼ੇ, ਅੱਖੀ ਦੇਖ ਨਾ ਰੱਜੀਆਂ। ਕੀ ਅੱਖਾਂ ਵੇਖ ਕੇ ਕਦੀ ਰੱਜੀਆਂ ਨੇ? ਬਹੁ ਰੰਗ, ਸੰਸਾਰ ਦੇ ਰੰਗ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਵੇਖ ਕੇ ਕਦੀ ਰਜਦੀਆਂ ਨਹੀਂ ਹੈ, ਰੰਗ ਤਮਾਸ਼ੇ ਇਹ ਵੇਖਦੀਆਂ ਨੇ। ਅੱਖਾਂ ਜਿੰਨਾ ਮਰਜੀ ਵੇਖੀ ਜਾਣ, ਇਹਨਾਂ ਅੱਖਾਂ ਦੀ ਅੱਗ ਵੱਧਦੀ ਤੁਰੀ ਜਾਂਦੀ ਹੈ। ਅੱਗ ਦਾ ਨਾਮ ਅੱਗ ਕਿਉਂ ਪਿਆ? ਅੱਗ ਅਗਾਂਹ ਵੱਧਦੀ ਹੈ, ਰੁਕਦੀ ਨਹੀਂ ਹੈ, ਅੱਗੇ ਅੱਗੇ ਚੱਲਦੀ ਹੈ। ਜੰਗਲਾਤ ਵਿੱਚ ਅੱਗ ਲੱਗ ਜਾਵੇ, ਉਹ ਆਟੋਮੈਟਿਕਲੀ ਭੱਜੀ ਤੁਰੀ ਜਾਂਦੀ ਹੈ, ਵੱਧਦੀ ਤੁਰੀ ਜਾਂਦੀ ਹੈ। ਜਿੰਨੀਆਂ ਅੱਖਾਂ, ਜਿੰਨੇ ਰੰਗ ਤਮਾਸ਼ੇ ਵੇਖਦੀਆਂ ਹਨ, ਅੱਖਾਂ ਤੋਂ ਅੰਦਰ 83% ਅੱਗ ਲੱਗਦੀ ਹੈ, ਅੱਖਾਂ ਤੋਂ ਹੀ। ਕਈ ਵਾਰੀ ਅੱਖਾਂ ਤੋਂ, ਮੈਂ ਕਹਿ ਰਿਹਾ ਮੈਂ 83%, ਕਿਉਂਕਿ ਤਮਾਸ਼ੇ ਤੇ ਆਪਾਂ ਖਲੋਤੇ ਆ, ਖੇਡ ਤੇ ਖਲੋਤੇ ਆ। ਰੱਬ ਨੇ ਕੀ ਖੇਡ ਰਚਾਈ ਹੈ। ਜਦੋਂ ਅੱਖਾਂ ਵੇਖਦੀਆਂ ਹਨ, ਜੇ ਪਰਾਇਆ ਤਨ ਸੁਹੱਪਣ ਸੁੰਦਰਤਾ ਵੇਖਦੀਆਂ ਨੇ ਤੇ ਅੰਦਰ ਅੱਗ ਲੱਗਦੀ ਹੈ। ਜੇ ਅੱਖਾਂ ਪਰਾਇਆ ਧਨ ਵੇਖਦੀਆਂ ਨੇ ਤੇ ਕੰਜੂਸ ਦੇ ਅੰਦਰ ਧਨ ਦੀ ਵੇਖ ਕੇ ਅੱਗ ਲੱਗ ਜਾਂਦੀ ਵੀ ਇਹਦੇ ਕੋਲ ਇੰਨਾ ਧਨ ਕਿਉਂ ਹੈ, ਤਾਂ ਅੱਗ ਲੱਗਦੀ ਹੈ। ਕਈ ਵਾਰੀ ਅੱਖਾਂ ਦੀ ਜਿਹੜੀ ਜੋਤ ਹੈ ਉਹ ਬੁਝ ਜਾਂਦੀ ਹੈ, ਮੀਨਸ ਅੱਖਾਂ ਤੋਂ ਦਿਸਣੋਂ ਹਟ ਜਾਂਦਾ ਹੈ। ਜਦੋਂ ਕਈ ਵਾਰੀ ਅਸੀਂ ਬਜ਼ੁਰਗ ਹੋ ਜਾਂਦੇ ਹਾਂ, ਕਈਆਂ ਦੇ ਬਜ਼ੁਰਗੀ ਤੋਂ ਪਹਿਲਾਂ ਹੀ ਅਦਵਾਟੇ, ਕਈਆਂ ਦਾ ਇਹੋ ਜਿਹਾ ਭਾਣਾ ਵਰਤਦਾ ਦਿਸਣੋਂ ਬੰਦ ਹੋ ਜਾਂਦਾ। ਹੁਣ ਕੀ ਉਹਦੀ ਅੱਗ ਅੰਦਰੋਂ ਬੁਝ ਗਈ? ਅੱਖਾਂ ਤੇ ਅੱਖਾਂ ਨਾਲ ਜੋ ਵੇਖਿਆ ਸੀ ਉਹ ਅੰਦਰ ਆਪਣੇ ਸਮਾਵੇਸ਼ ਕਰ ਲਿਆ, ਆਪਣੇ ਅੰਦਰ ਟਿਕਾ ਲਿਆ। ਉਹ ਹੁਣ ਅੱਖਾਂ ਨਾਲ ਵੇਖਿਆ ਹੋਇਆ ਜਿਹੜਾ ਅੰਦਰ ਸੀ ਉਹ ਫੁਰਨੇ ਬਣ ਕੇ ਅੱਗ ਲੱਗ ਰਹੀ ਹੈ। ਜੋ ਅੱਖਾਂ ਨਾਲ ਵੇਖਿਆ ਸੀ ਹੁਣ ਦਿਸ ਤੇ ਨਹੀਂ ਰਿਹਾ, ਪਰ ਜੋ ਵੇਖਿਆ ਸੀ ਅੰਦਰ ਗ੍ਰਹਿਣ ਕਰ ਲਿਆ। ਕੰਪਿਊਟਰ ਨੇ, ਹਿਰਦੇ ਰੂਪੀ ਕੰਪਿਊਟਰ ਵਿੱਚ ਉਹ ਸੇਵਿੰਗ ਹੋ ਗਈ ਹੈ। ਹੁਣ ਵਾਰ-ਵਾਰ ਫਾਈਲ ਖੁੱਲਦੀ ਹੈ, ਵਾਰ-ਵਾਰ ਉਹ ਦ੍ਰਿਸ਼ ਜਿਹੜਾ ਹੈ ਅੱਖਾਂ ਦੇ ਸਾਹਮਣੇ ਆਉਂਦਾ ਹੈ ਤੇ ਅੱਗ ਲੱਗਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਜਿਹੜੀਆਂ ਅੱਖਾਂ ਨੇ ਰਾਜੀਆਂ ਨਹੀਂ, ਬੜੇ ਇਹਨਾਂ ਨੇ ਤਮਾਸ਼ੇ ਵੇਖੇ। ਅੱਗ ਵੱਧਦੀ ਗਈ, ਅੱਗ ਪ੍ਰਬਲ ਹੁੰਦੀ ਗਈ। ਜਿਉਂ ਪਾਵਕ ਈਂਧਣ ਨਹੀਂ ਧਰਾਪਿਆ। ਪਾਵਕ ਅੱਗ, ਈਂਧਣ ਲੱਕੜ, ਬਾਲਣ, ਪੈਟਰੋਲ, ਤੇਲ ਆਦਿਕ। ਜਿਵੇਂ ਜਿਵੇਂ ਉਹਨੂੰ ਮਿਲੀ ਜਾਂਦਾ ਹੈ ਪੈਟਰੋਲ, ਤੇਲ, ਅੱਗ ਨੂੰ, ਉਹਦੀਆਂ ਲਾਟਾਂ ਵਧੀ ਜਾਂਦੀਆਂ ਨੇ।
ਜਿਵੇਂ ਜਿਵੇਂ ਇਹ ਦ੍ਰਿਸ਼ ਅੱਖਾਂ ਵੇਖਦੀਆਂ ਨੇ, ਸੰਸਾਰ ਦੇ ਰੰਗਾਂ ਤਮਾਸ਼ਿਆਂ ਵਿੱਚ ਗਲਤਾਨ ਹੁੰਦੀਆਂ ਨੇ, ਅੰਦਰ ਅੱਗ ਪ੍ਰਬਲ ਹੁੰਦੀ ਜਾਂਦੀ ਹੈ, ਘਟਦੀ ਨਹੀਂ ਹੈ। ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁਝੀ। ਉਹ ਕਿਹੜੀ ਤ੍ਰਿਸ਼ਨਾ ਦੀ ਜਲਨ ਬੁਝੀ, ਅੰਦਰ ਦੀ ਜਿਹੜੀ ਜਲਨ ਸੀ, ਅੱਗ ਸੀ, ਉਹ ਬੁਝ ਗਈ। ਕਾਹਦੇ ਲਈ? ਕਿਵੇਂ? ਗੁਰੂ ਦੀ ਬਾਣੀ ਨਾਲ, ਗੁਰੂ ਦੇ ਸ਼ਬਦ ਰਾਹੀਂ ਜਲਨ ਬੁਝੀ, ਸ਼ੀਤਲ ਹੋਏ। ਅੱਗ ਕਿੱਥੇ ਲੱਗਦੀ ਹੈ? ਮਨ ਨੂੰ ਲੱਗਦੀ ਅੱਗ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਕਿਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਹੁਣ ਦਰਸ਼ਨ ਤੇ ਬਾਹਰ ਦੇ ਦ੍ਰਿਸ਼ਾਂ ਦਾ ਵੀ ਕੀਤਾ ਗਿਆ। ਦਰਸ਼ਨ ਮੀਨਸ ਦੇਖਣਾ, ਤੇ ਜਿਹੜਾ ਦਰਸ਼ਨ ਸੰਸਾਰ ਦੇ ਦ੍ਰਿਸ਼ਾਂ ਦਾ ਕਰਦਾ ਹੈ, ਬਾਹਰ ਮੁਖੀ ਵੇਖਦਾ ਹੈ, ਉਹਦੀ ਅੱਗ ਵੱਧਦੀ ਹੈ। ਜਿਹੜਾ ਅੰਦਰ ਵੇਖਦਾ ਹੈ, ਗੁਰੂ ਦੇ ਦੀਦਾਰ ਕਰਦਾ ਹੈ, ਉਹਦੀ ਅੱਗ ਬੁਝਦੀ ਹੈ। ਹੁਣ ਕਈ ਵਾਰੀ ਅਸੀਂ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਆਉਂਦੇ ਹਾਂ, ਧਿਆਨ ਦਿਆ ਜੇ, ਆਟੋਮੈਟਿਕਲੀ ਅਸੀਂ ਜਦੋਂ ਮੱਥਾ ਟੇਕਦੇ ਹੁੰਦੇ ਹਾਂ, ਸਾਡੀਆਂ ਅੱਖਾਂ ਬੰਦ ਹੋ ਜਾਂਦੀਆਂ ਨੇ। ਮੱਥਾ ਟੇਕਦੀਆਂ ਕਈ ਵਾਰੀ ਘਰੋਂ ਤੇ ਆਏ ਸੀ ਗੁਰੂ ਦੇ ਦਰਸ਼ਨਾਂ ਦੇ ਲਈ, ਗੁਰੂ ਦੇ ਦੀਦਾਰ ਦੇ ਲਈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਆ ਕੇ ਅੱਖਾਂ ਬੰਦ ਕਰਕੇ ਖਲੋ ਗਏ, ਹੱਥ ਜੋੜ ਕੇ। ਕਾਰਨ ਕੀ ਹੈ? ਧਿਆਨ ਦਿਆ ਜੇ, ਗੁਰੂ ਦੇ ਪਾਸ ਜਦੋਂ ਅਸੀਂ ਆ ਕੇ ਖਲੋਨੇ ਆ, ਗੁਰੂ ਸਾਨੂੰ ਕਹਿੰਦਾ ਨਹੀਂ, ਇੱਧਰ ਨਾ ਵੇਖ, ਤੂੰ ਆਪਣੇ ਅੰਦਰ ਨੂੰ ਝਾਤ ਮਾਰ, ਤੇਰੇ ਅੰਦਰ ਹੀ ਬੈਠਾ ਹੋਇਆ, ਬਾਹਰ ਨਾ ਵੇਖ। ਬਾਹਰ ਤੇ ਬਹੁਤ ਤੂੰ ਵੇਖ ਲਿਆ, ਬਾਹਰ ਦੇ ਦ੍ਰਿਸ਼ ਤੋਂ ਬਹੁਤ ਵੇਖ ਲਏ ਨੇ। ਮੱਥਾ ਟੇਕਦੇ ਹਾਂ, ਅੱਖਾਂ ਬੰਦ ਹੋ ਗਈਆਂ, ਹੱਥ ਜੁੜੇ ਹੋਏ ਨੇ। ਇੱਥੋਂ ਭਾਵ ਇਹ ਹੈ ਕਿ ਗੁਰੂ ਦੀ ਰਹਿਮਤ ਸਾਡੇ ਤੇ ਬਖਸ਼ਿਸ਼। ਗੁਰੂ ਸਾਨੂੰ ਇਸ਼ਾਰਾ ਦਿੰਦਾ ਹੈ, ਬੰਦਿਆ ਬਾਹਰ ਤੇ ਬੜਾ ਵੇਂਦਾ ਰਹਿਣਾ ਹੈ, ਅੰਦਰ ਵੀ ਵੇਖ। ਅੰਦਰ ਪਿਰੀ ਨਿਹਾਲ, ਅੰਦਰ ਆਪਣੇ ਮਾਲਕ ਨੂੰ ਵੇਖ। ਮੈਂ ਤੇਰੇ ਅੰਦਰ ਹਾਂ, ਤੂੰ ਬਾਹਰ ਲੱਭਦਾ ਫਿਰਦਾ ਹੈ। ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਟੁੰਡੇ। ਇਹ ਅੱਖਾਂ ਨੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਬਾਹਰ ਨਾ ਵੇਖ, ਅੰਦਰ ਵੇਖ। ਤੇ ਫਿਰ ਭਾਈ ਗੁਰਦਾਸ ਜੀ ਦੀ ਨਾਲ ਬਾਣੀ ਦੀ ਇਹ ਤੁਕ ਕਹੀ, ਤੇ ਸਾਹਿਬ ਜੀ ਕਹਿੰਦੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਲੋਇਣ, ਲੋਇਣ ਮੀਨਸ ਨੇਤਰ, ਲੋਇਣ ਨਾ ਦੇਖੇ ਸਾਧ, ਨੈਣ ਨਾ ਦੇਖੇ ਸਾਧ, ਸੇ ਨੈਣ ਬੇਹਾਲਿਆ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਅੱਖਾਂ ਤੇ ਮੈਂ ਰੁਕਿਆ ਕਿਉਂਕਿ ਤਮਾਸ਼ਾ ਅੱਖਾਂ ਹੀ ਵੇਖਦੀਆਂ ਨੇ, ਕੰਨ ਨਹੀਂ ਵੇਖਦੇ। ਤਮਾਸ਼ਾ ਅੱਖਾਂ ਵੇਖਦੀਆਂ ਨੇ। ਲੋਇਣ ਨੈਣ ਨਾ ਦੇਖੇ ਸਾਧ, ਸੇ ਨੈਣ ਬੇਹਾਲਿਆ। ਜਿਹੜੇ ਨੇਤਰ ਗੁਰੂ ਦੇ ਦੀਦਾਰ ਨਹੀਂ ਕਰਦੇ, ਧਿਆਨ ਦਿਆ ਜੇ, ਬੇਹਾਲਿਆ, ਉਹ ਬੇਹਾਲ ਰਹਿੰਦੇ ਨੇ। ਉਹਨਾਂ ਦਾ ਕਈ ਵਾਰੀ ਕਹਿੰਦੇ ਆ, ਫਲਾਣੇ ਦਾ ਹਾਲ ਕੀ ਬਣਿਆ ਪਿਆ ਹੈ, ਉਹਨਾਂ ਦਾ ਕੋਈ ਹਾਲ ਨਹੀਂ ਹੈ। ਨੈਣ ਨਾ ਦੇਖੇ ਸਾਧ, ਸਾਧ ਤੋਂ ਭਾਵ ਹੈ ਗੁਰੂ ਕੀ ਸੰਗਤ, ਗੁਰੂ ਦੇ ਦੀਦਾਰ, ਗੁਰੂ ਦੇ ਦਰਸ਼ਨ। ਜੇ ਇਹਨਾਂ ਨੇਤਰਾਂ ਦੇ ਨਾਲ ਤੂੰ ਗੁਰੂ ਦੇ ਦਰਸ਼ਨ ਨਹੀਂ ਨਾ ਕੀਤੇ, ਸੇ ਨੈਣ ਬੇਹਾਲਿਆ। ਸਾਹਿਬ ਜੀ ਅੱਗੇ ਕਹਿੰਦੇ ਨੇ, ਕਰਨ ਨਾ ਸੁਣੇ ਨਾਦ, ਕਰਨ ਮੁੰਦ ਘਾਲਿਆ। ਕਰਨ ਮੀਨਸ ਕੰਨ। ਤੇ ਗੁਰੂ ਅਮਰਦਾਸ ਜੀ ਵੀ ਕਹਿ ਰਹੇ ਨੇ, ਧਿਆਨ ਦਿਆ ਜੇ, ਗੁਰੂ ਅਮਰਦਾਸ ਜੀ ਨੇ ਵੀ ਕਿਹਾ, ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਵੇਖ ਤਮਾਸ਼ੇ। ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਦੇਖੋ। ਇਹ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋਤ ਧਰੀ, ਹਰ ਬਿਨ, ਪਰਮਾਤਮਾ ਤੋਂ ਬਿਨਾ ਤੂੰ ਵੇਖ, ਪਰ ਸਾਰਿਆਂ ਦੇ ਵਿੱਚੋਂ ਰੱਬ ਨੂੰ ਵੇਖ, ਪਰਮਾਤਮਾ ਨੂੰ ਵੇਖ। ਇਹ ਨੇਤਰੋ ਮੇਰਿਓ, ਇਹ ਤੁਹਾਡੇ ਵਿੱਚ ਇਹ ਜੋਤ ਧਰੀ ਹੈ, ਚਾਨਣਾ ਰੱਖਿਆ ਹੈ। ਪਰ ਧਿਆਨ ਦਿਆ ਜੇ, ਇਹ ਸਾਡੇ ਮੋਟੇ ਮੋਟੇ ਡੇਲੇ, ਪੰਜਾਬੀ 'ਚ ਮੈਂ ਕਹਿੰਦਾ, ਜਿਹਨੂੰ ਆਪਾਂ ਨੇਤਰ ਕਹਿੰਦੇ, ਅੱਖਾਂ ਕਹਿੰਦੇ ਆ, ਜਦੋਂ ਪ੍ਰਾਣ ਨਿਕਲ ਜਾਣ, ਘਰ ਦੇ ਪਰਿਵਾਰ ਦੇ ਕੋਲ ਆ ਕੇ ਬੈਠੇ ਹੁੰਦੇ ਨੇ, ਅੱਖਾਂ ਕਈਆਂ ਵਾਰੀ ਖੁੱਲੀਆਂ ਹੁੰਦੀਆਂ ਨੇ, ਪਰ ਰੱਬ ਜਿਹੜਾ ਵਿੱਚ ਬੈਠਾ ਹੈ ਨਾ,
ਉਹ ਵਿੱਚ ਹੈ ਨਹੀਂ, ਉਹ ਜੋਤ ਹੈਗੀ ਨਹੀਂ। ਹੁਣ ਘਰ ਦੇ ਕੁਝ ਬੁਲਾਉਣਾ ਚਾਹੁੰਦੇ ਨੇ, ਘਰ ਦੇ ਕਹਿੰਦੇ ਨੇ ਮੇਰੇ ਵੱਲ ਵੇਖ ਤੇ ਸਹੀ, ਪਰ ਉਹ ਨੈਣ ਵੇਖ ਨਹੀਂ ਸਕਦੇ, ਕਿਉਂਕਿ ਵਿੱਚ ਉਹ ਆਪ ਨਹੀਂ ਹੈ ਜਿਹੜਾ ਵਿੱਚ ਵਿਚਰਦਾ ਸੀ, ਉਹ ਚਲੇ ਗਿਆ। ਮੇਰੇ ਸਾਹਿਬ ਜੀ ਕਹਿੰਦੇ ਨੇ ਬੰਦਿਆ, ਇਹ ਨੇਤਰ ਜਿਹੜੇ ਨੇ ਇਹ ਤੈਨੂੰ ਰੱਬ ਦੇ ਦੀਦਾਰ ਕਰਨ ਲਈ ਮਿਲੇ ਨੇ, ਨਿਰੰਕਾਰ ਦੇ, ਪਰ ਤੂੰ ਬਾਹਰ ਦੇ ਦ੍ਰਿਸ਼, ਬਾਹਰ ਦੇ ਰੰਗ, ਬਾਹਰ ਦੀਆਂ ਖੇਡਾਂ ਤਮਾਸ਼ੇ ਵੇਖ ਰਿਹਾ ਹੈ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਨੇਤਰਾਂ ਦੇ ਨਾਲ ਉਸ ਪ੍ਰਮਾਤਮਾ ਦੇ ਦੀਦਾਰ। ਫਿਰ ਧਿਆਨ ਦਿਆ ਜੇ ਸਰਵਣ, ਸਰਵਣ ਕਹਿੰਦੇ ਨੇ ਕੰਨਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਇਹ ਸਰਵਣੋ ਮੇਰਿਓ ਕੰਨ। ਹੁਣ ਕੰਨਾਂ ਨੂੰ ਕਦੇ ਅਸੀਂ ਕਿਹਾ ਹੀ ਨਹੀਂ, ਇਹ ਸਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਕੀ ਸੁਣੋ। ਸੁਣਦੇ ਤੇ ਸਾਰੇ ਹੀ ਆ, ਰੰਗ ਤਮਾਸ਼ੇ ਅੱਖਾਂ ਨਾਲ ਵੇਖਦੇ ਆ, ਗੰਦੇ ਬੋਲ ਕੰਨਾਂ ਨਾਲ ਸੁਣਦੇ ਪਏ ਹੁੰਦੇ ਆ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਸਾਡੀਆਂ ਅੱਖਾਂ ਵੀ ਬੰਦ ਹੋ ਜਾਂਦੀਆਂ ਨੇ, ਢੋ ਲਾ ਕੇ ਪਿੱਲਰ ਦੀ ਜਾਂ ਕੰਧ ਦੀ ਬਹਿ ਜਾਂਦੇ ਆ, ਅੱਧੇ ਸੌਂ ਜਾਂਦੇ ਆ। ਕੰਨ ਸਾਡੇ ਜਿਹੜੇ ਨੇ ਉਹ ਸੁਣਦੇ ਹੀ ਨਹੀਂ। ਪਰ ਜਦੋਂ ਮਾੜੇ ਬੋਲ ਸੁਣਨੇ ਹੋਣ, ਮਾੜਾ ਦ੍ਰਿਸ਼ ਅੱਗੇ ਚੱਲਦਾ ਹੋਵੇ, ਇਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਡੀ ਬਾਡੀ ਬਹੁਤ ਹੀ ਸੁਚੇਤ ਹੁੰਦੀ ਹੈ। ਇੱਕ ਇੱਕ ਰੋਮ ਰੋਮ ਖੜਾ ਹੁੰਦਾ ਹੈ, ਕੋਈ ਭੋਰਾ ਆਲਸ ਨਹੀਂ ਹੁੰਦੀ, ਕਿਉਂਕਿ ਅੱਖੀਂ ਦੇਖ ਨਾ ਰੱਜੀਆਂ ਹੋਰ ਚਾਹੁੰਦੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਦ੍ਰਿਸ਼ ਵੇਖਣ ਵਾਸਤੇ ਨਹੀਂ, ਤੂੰ ਗੁਰੂ ਦੇ ਦਰਸ਼ਨ ਕਰ, ਇਹਨਾਂ ਨਾਲ ਤੂੰ ਰੱਜ ਨਹੀਂ ਸਕਦਾ, ਇਹਨਾਂ ਦੇ ਵੇਖਣ ਦੇ ਨਾਲ ਤੇਰੀ ਅੱਗ ਬੁਝ ਨਹੀਂ ਸਕਦੀ, ਬਲਕਿ ਲੱਗ ਸਕਦੀ ਹੈ, ਵੱਧ ਸਕਦੀ ਹੈ। ਇਹ ਸਰਵਣੋ ਮੇਰਿਓ ਸੱਚੈ ਸੁਣਨੇ ਨੂੰ ਪਠਾਏ, ਸੱਚੈ ਸੁਣਨੇ ਨੂੰ ਪਠਾਏ, ਸਰੀਰ ਲਾਏ ਕਿਆ ਸੁਣੋ ਸਤ ਬਾਣੀ। ਇਹ ਜਲ ਦਾ ਜਿਹੜਾ ਹੈ ਗਿਆਨ ਇੰਦਰਾ ਹੈ, ਉਹ ਰਸਨਾ ਹੈ, ਜਿਹਨੂੰ ਅਸੀਂ ਜ਼ਬਾਨ ਕਹਿੰਦੇ ਹਾਂ, ਜਿਬ ਕਹਿ ਦਿੰਦੇ ਹਾਂ। ਤੇ ਮੇਰੇ ਗੁਰੂ ਸਾਹਿਬ ਜੀ ਨੇ ਪਤਾ ਕੀ ਕਿਹਾ ਰਸਨਾ ਨੂੰ? ਇਹ ਵੀ ਲਵਕੇ ਮਾਰਦੀ ਰਹਿੰਦੀ, ਇੱਧਰ ਉੱਧਰ ਤੁਰੀ ਫਿਰਦੀ ਹੈ, ਨੱਸੀ ਫਿਰਦੀ ਹੈ ਵੀ ਇੱਥੋਂ ਚੱਲ ਕੇ ਮੁਰਥਲ ਰੋਟੀ ਖਾਣ ਜਾਣਾ। ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਤੇਰੇ ਅੰਦਰ ਹਰੀ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਂਦਾ, ਇਹ ਰਸ ਸਾਰੇ ਫਿੱਕੇ ਹੀ। ਬੜੇ ਮਨੁੱਖ ਨੇ ਰਸ ਮਾਣੇ, ਪਰ ਜਦੋਂ ਰਸ ਮਾਣਦਾ ਹੈ ਉਦੋਂ ਕਹਿੰਦਾ ਕੁਛ ਵੀ ਨਹੀਂ। ਪਰ ਜਿਨ੍ਹਾਂ ਨੂੰ ਹਰੀ ਪ੍ਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹੈ, ਉਹਨੂੰ ਸਾਰਾ ਸੰਸਾਰ ਫਿੱਕਾ ਫਿੱਕਾ ਜਿਹਾ ਲੱਗਦਾ ਹੈ। ਉਹ ਆਪਣੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਆਪਣੇ ਰੰਗ ਵਿੱਚ ਮਸਤ ਰਹਿੰਦਾ ਹੈ, ਉਹਦੇ ਉੱਤੇ ਪ੍ਰਮਾਤਮਾ ਦੇ ਨਾਮ ਦੀ ਖੁਮਾਰੀ ਚੜੀ ਰਹਿੰਦੀ ਹੈ। ਹੁਣ ਮੇਰੇ ਸਾਹਿਬ ਗੁਰੂ ਇਹ ਅਮਰਦਾਸ ਜੀ ਦੇ ਸ਼ਬਦ ਸਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਫੁਨੇ ਵਿੱਚ ਕਹਿੰਦੇ ਨੇ, ਨੈਣ ਨਾ ਦੇਖੇ ਸਾਧ ਸੇ ਨੈਣ ਬੇਹਾਲਿਆ। ਹੇ ਭਾਈ, ਜਿਹਨਾਂ ਨੇਤਰਾਂ ਨੇ ਪ੍ਰਮਾਤਮਾ ਦੇ ਦੀਦਾਰ ਨਹੀਂ ਕੀਤੇ, ਉਹ ਬੇਹਾਲ ਰਹਿੰਦੇ ਨੇ, ਉਹਨਾਂ ਦੇ ਅੰਦਰ ਅੱਗ ਲੱਗੀ ਰਹਿੰਦੀ ਹੈ, ਬੁਝਦੀ ਨਹੀਂ। ਕਰਨ ਨਾ ਸੁਣੇ ਨਾਦ, ਨਾਦ ਮੀਨਸ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼। ਕਰਨ ਨਾ ਸੁਣੇ ਨਾਦ, ਕਰਨ ਮੁੰਦ ਘਾਲਿਆ ਕਿਉਂ ਨਾ ਹੋਵੇ, ਸਿੱਕਾ ਪਾ ਢਾਲ ਕੇ ਉਹ ਕੰਨਾਂ ਦੇ ਵਿੱਚ ਪਾ ਦਿੱਤਾ ਜਾਵੇ। ਜਿਨ੍ਹਾਂ ਨੇ ਕਦੀ ਕੰਨਾਂ ਵਿੱਚ ਪ੍ਰਮਾਤਮਾ ਦਾ ਨਾਮ ਦੀ ਆਵਾਜ਼ ਹੀ ਨਹੀਂ ਪਈ, ਪ੍ਰਮਾਤਮਾ ਦੀ ਬਾਣੀ ਕਦੀ ਜਿਹਨਾਂ ਕੰਨਾਂ 'ਚ ਪਈ ਨਹੀਂ, ਉਹ ਕੰਨ ਬੰਦ ਕਿਉਂ ਨਾ ਹੋ ਜਾਣ, ਸਿੱਕਾ ਪਾ ਕੇ ਢਾਲ ਕੇ ਉਹਨਾਂ ਨੂੰ ਬੰਦ ਕਰ ਦਿੱਤੀ ਹੈ। ਜਿਵੇਂ ਅੱਜ ਏਅਰ ਬੈਗ ਲਾ ਲੈਂਦੇ ਆ, ਏਅਰ ਬੈਗ ਲਾ ਕੇ ਵੀ ਬਾਹਰੋਂ ਕੰਨਾਂ ਵਿੱਚ ਆਵਾਜ਼ ਨਾ ਆਵੇ, ਉਹਨਾਂ ਦੇ ਕੰਨਾਂ ਵਿੱਚ ਏਅਰ ਬੈਗ ਕਿਉਂ ਨਾ ਲੱਗ ਜਾਣ ਜਿਨ੍ਹਾਂ ਨੇ ਕਦੀ ਗੁਰੂ ਦਾ ਸ਼ਬਦ ਹੀ ਨਹੀਂ ਸੁਣਿਆ, ਗੁਰੂ ਦਾ ਉਪਦੇਸ਼ ਨਹੀਂ ਸੁਣਿਆ। ਅਗਲੀਆਂ ਤੁਕਾਂ ਵਿੱਚ ਕਹਿੰਦੇ ਨੇ, ਰਸਨਾ ਜਪੇ ਨਾ ਨਾਮ, ਤਿਲ ਤਿਲ, ਤਿਲ ਨਿੱਕਾ ਜਿਹਾ ਹੁੰਦਾ ਹੈ, ਵਾਹ ਗੁਰੂ ਇਹ ਤੇਰੀ ਰਚਨਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹ ਗੁਰੂ ਤੇਰੀ ਸਭ ਰਚਨਾ। ਇਹ ਤਮਾਸ਼ਾ ਤੇਰੀ ਰਚਨਾ ਹੈ, ਸਾਨੂੰ ਤੇ ਸਮਝ ਨਹੀਂ ਆਈ। ਅਸੀਂ ਤੇ ਰਸਨਾ ਦੇ ਨਾਲ ਹੋਰ ਰਸ ਲੈਂਦੇ ਰਹੇ, ਪਰ ਤੁਸੀਂ ਕਿਹਾ ਸੀ ਇਸ ਰਸਨਾ ਨਾਲ ਪਰਮਾਤਮਾ ਦੇ ਨਾਮ ਦਾ ਰਸ ਲੈਣਾ।
क्या रसना जपे ना नाम, तिल तिल निकी निकी बरीक बरीक जिवें पट्ठे कुतरे जाते ने। रसना जपे ना नाम, तिल तिल कर कटिए। ये जे रसना ने परमात्मा दे नाम दा रस नहीं माणिया, ये निकी निकी छोटी छोटा करके नूं कुतर दिता जाएगा, क्योंकि रसना परमात्मा दे नाम दे रस लई सी। रसना वेखो हमेशा जल दा ये ज्ञान इंद्रा है, रसना दे विच हमेशा पानी रहिंदा है, मूँह विच पानी रहिंदा है जिथे रसना है। ते कई बारी असीं कहने मूँह सुक्कण लग पिया, पानी घट गया, उस वेले बाहरों पानी पाउणा पैंदा है। बंदिया ये परमात्मा दा नाम दा रस मान, ये ना होवे ते तेरे जीवन दे विच किते सोका पै जावे। हर हाँ पट गुरु साहब जी, गुरु अर्जन साहब महाराज जी करते ने, हर हाँ आवाज दी, जिस दे हिरदे घर विचों हरि परमात्मा दा नाम विसर जांदा है। ते गुरु साहब जी कहते ने दिनों दिन अगे अगली घटिया घटिया, उन्हां दी आत्मक पक्षों आत्मा पक्षों कमजोर हो जाते ने, आत्मक पक्षों वो कमजोर हो जाते ने, जिन्हां दे अंदरों गोबिंद राय दा परमात्मा दा नाम हिरदे घर विच नहीं रहिंदा, बाहर दे दृश्य वेंदे रहिंदे ने, वो आत्मक पक्षों कमजोर हो जाते ने। सच जाणिया जी, असी सारे ही मेरे समेत जिन्ने भी बैठे हाँ, असी बहुतात गिणती विच आत्मक पक्षों कमजोर हाँ। संसार पक्षों असी बहुत बलवान बन गए हाँ, पर आत्मक पक्षों कमजोर है। मेरे पातशाह जी अज दे इस शब्द विच भट्ट ज्ञानंद जी सानू समझा रहे ने, लास्ट तुक तो मैं शब्द चुक्या है, गुरमुख संगत, गुर प्लस मुख, गुरु नो मुख रखण वाला, संगत दे विच क्या सब है विचारो, विचार कर। संगत जिहड़ी है ना पाठशाला है, विद्यालय है, ये सिक्खी दा स्कूल है। जिवें असीं स्कूल विच विद्यालय पाठशाले यूनीवर्सिटी विच बच्चा पढ़न जांदा है, कुछ सीखण जांदा है, जे उत्थे सिख के ना आवे, विद्यालय विच स्कूल विचों सिख के ना आवे ते ओहदा जीवन अधूरा रह जांदा है। ये जिथे आपां बैठे हाँ, ये साडा सिक्खी दा स्कूल है, सिक्खी दा केंद्र है। इत्थे सिक्ख्या दित्ती जांदी है अध्यात्मक। यूनीवर्सिटी विच संसारिक सिक्ख्या, इत्थे अध्यात्मक सिक्ख्या दित्ती जांदी है। मेरे साहब जी कहंदे ने सब है विचारो, विचार करो, वाह वाह का वड्डा, ये तमाशा है परमात्मा दा वड्डा। ध्यान दिया जे, गुरमुख संगत, गुर प्लस मुख, जिहड़ा हुण गुरु दे मुख है, गुरु दे सन्मुख है, उहदे अंदर चानना जे। तुसीं कहोगे किवें? आ सूरज आ धरती हैगी है, जिस जिस जिहड़ा टुकड़ा धरती दा सूरज दे सन्मुख है, उत्थे चानना है। हुण USA दे विच की है, तुसीं ध्यान दिया जे, मैं नहीं दसदा, तुहानूं पता है। कनेडा की धरती दे की है, नेरा है, इत्थे चानना है। यूरोप विच की है, तुसी सारा वेखो, जिथे जिथे धरती का टुकड़ा, जिहड़ा भी धरती का टुकड़ा सूरज के सन्मुख होंदा है, सामने आउंदा है, सन दे सामने आउंदा है, धरती का टुकड़ा, उत्थे चानना होंदा है। ते जिहड़ा टुकड़ा अगे पिछे हो जाता है, उत्थे नेरा होंदा है। जिहड़ा गुरु दे सन्मुख आउंदा है, सामने आउंदा है, उहदे हिरदे घर विच चानना हो जाता है। जिहड़ा गुरु तो दूर हो जाए, उहदे अंदर हनेरा हो जाता है, उहदे अंदर अज्ञानता दा हनेरा हो जाता है, उहदे अंदर अज्ञान आ जाता है। जिन्हों असीं रोज पढ़ते हैं, जियो निर्मल बाहरो, निर्मल बाहरो तां निर्मल, जियो निर्मल, सतगुर ते करनी कमाणी, कूड़ की सोए पहुंचा ना ही मनसा सच समाणी, जन्म तन जिनी खटिया भले सेवन जारे, कह नानक जिन मन निर्मल। नेरा केड़ा? नेरा आ है कि मन नूं मैल लग गई, मन दे उत्ते विकारां दी, बाहर दे दृश्यां दी मैल चढ़ गई।
ਆ ਪੋਲੂਸ਼ਨ ਹੋਇਆ, ਮੈਲ ਚੜ ਗਈ, ਦਿਸਦਾ ਨਹੀਂ, ਅੱਖਾਂ ਨੂੰ ਖਾਂਦਾ ਹੈ। ਤੇ ਪੋਲੂਸ਼ਨ ਨੂੰ ਦੂਰ ਕਰਨ ਵਾਸਤੇ ਵੇਖੋ ਥੋੜਾ ਜਿਹਾ ਰੱਬ ਨੇ ਸਾਡੇ ਤੇ ਫਿਰ ਤਰਸ ਕਰ ਦਿੱਤਾ। ਬੰਦਾ ਰੋਜ਼ ਪੋਲੂਸ਼ਨ ਕਰੀ ਜਾ ਰਿਹਾ ਹੈ। ਆ ਪਰਸੋਂ ਚੌਥੇ ਰੱਬ ਨੇ ਫਿਰ ਮੀਂਹ ਪਾ ਦਿੱਤਾ ਵੀ ਸਾਡੇ ਔਗਣਾਂ ਨੂੰ ਨਾ ਚਿਤਾਰਿਆ, ਮੀਂਹ ਪਾ ਦੇਵਾਂ, ਮੌਸਮ ਜਿਹੜਾ ਇੰਨਾ ਪੋਲੂਸ਼ਨ ਉੱਡ ਰਿਹਾ ਹੈ, ਧੂੰਆਂ ਉੱਡ ਰਿਹਾ ਹੈ, ਥੋੜਾ ਸਾਫ਼ ਹੋ ਜਾਵੇ। ਕਿੱਥੇ ਬਾਜ ਆਉਨੇ ਅਸੀਂ। ਗੁਰੂ ਫਿਰ ਵੀ ਤਰਸ ਕਰਦਾ ਹੈ। ਸਾਡੇ ਅੰਦਰ ਦਾ ਜਿਹੜਾ ਪੋਲੂਸ਼ਨ ਹੈ, ਸਾਡੇ ਅੰਦਰ ਦਾ ਜਿਹੜਾ ਹਨੇਰਾ ਹੈ, ਉਹ ਦੂਰ ਕਰਦਾ ਹੈ। ਨਿਰਮਲ, ਮੈਲ ਤੋਂ ਰਹਿਤ, ਮਲ ਤੋਂ ਰਹਿਤ ਮਨ, ਸਾਡੇ ਮਨ ਦੀ ਮੈਲ ਲਾਉਂਦਾ ਹੈ। ਜਿਹੜਾ ਮਨ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਗੁਰੂ ਦੇ ਸਨਮੁਖ ਆਉਂਦਾ ਹੈ, ਉਹਦੇ ਮਨ ਦੀ ਮੈਲ ਲੈ ਜਾਂਦੀ ਹੈ। ਉਹ ਬਾਹਰ ਦੇ ਦ੍ਰਿਸ਼ ਨਹੀਂ ਵੇਖਦਾ, ਫਿਰ ਅੰਦਰ ਹੀ ਦ੍ਰਿਸ਼ ਵੇਖਦਾ ਹੈ, ਅੰਦਰ ਹੀ ਗੁਰੂ ਦੀ ਭਾਲ ਕਰਦਾ ਹੈ। ਜਿਵੇਂ ਮੈਂ ਹੁਣੇ ਕਿਹਾ, ਸਨਮੁਖ, ਸੰਨ ਦੇ ਜਿਹੜੀ ਧਰਤੀ ਦਾ ਟੁਕੜਾ ਆਉਂਦਾ ਹੈ ਉੱਥੇ ਚਾਨਣਾ ਹੈ, ਤੇ ਜਿਹੜਾ ਟੁਕੜਾ ਉਹਦੇ ਸਾਹਮਣੇ ਨਹੀਂ ਹੈ, ਸੰਨ ਦੇ ਸਾਹਮਣੇ ਨਹੀਂ, ਉੱਥੇ ਹਨੇਰਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਵਾਹ ਵਾਹ ਕਾ ਬੜਾ ਤਮਾਸ਼ਾ। ਇਹ ਵਾਹ ਪਰਮਾਤਮਾ, ਵਾਹਿਗੁਰੂ ਦੀ ਇੱਕ ਖੇਡ ਹੈ। ਇਹ ਅੱਖਾਂ ਨੂੰ ਪ੍ਰਸੰਨ ਕਰਨ ਵਾਸਤੇ ਪ੍ਰਮਾਤਮਾ ਨੇ ਸਾਨੂੰ ਦਿਲ ਪਰਚਾਵਾ ਇਹ ਸਾਰੀਆਂ ਵਸਤੂਆਂ ਦਿੱਤੀਆਂ ਸਨ। ਤਮਾਸ਼ਾ, ਇਹ ਜਿਹੜੀ ਇੱਕ ਬੱਚੇ ਨੂੰ, ਨਿਆਣੇ ਨੂੰ ਖੇਡ ਦੇ ਦਿੱਤੀ, ਕਾਹਦੇ ਲਈ? ਉਹਦਾ ਜੀਵਨ ਖੇਡ ਤਾਂ ਨਹੀਂ। ਨਿਆਣੇ ਨੂੰ ਮਾਂ ਨੇ, ਪਿਤਾ ਨੇ ਬੱਚੇ ਨੂੰ ਪਰ ਦਿਲ ਪਰਚਾਉਣ ਵਾਸਤੇ 2-4 ਖੇਡਾਂ ਲਿਆ ਕੇ ਦੇ ਦਿੱਤੀਆਂ। ਕਹਿਣ ਦਾ ਭਾਵ ਸੀ ਕਿ ਤੂੰ ਇੰਜੋਏ ਕਰ, ਖੇਡ, ਪਰ ਉਹ ਖੇਡਦਾ ਨਹੀਂ ਹੈ। 5-7 ਖੇਡਾਂ ਲੈ ਕੇ ਉਹ ਉਹਨਾਂ ਨੂੰ ਜੱਫਾ ਮਾਰ ਕੇ ਬੈਠਾ ਹੋਇਆ ਹੈ। ਕਾਰਨ ਕੀ ਹੈ? ਬਈ ਹੋਰ ਕੋਈ ਨਿਆਣਾ ਮੇਰੇ ਕੋਲ ਖੇਡ ਖੋ ਨਾ ਲਵੇ, ਮੇਰਾ ਛਣਕਣਾ ਜਿਹੜਾ ਹੈ, ਛਣਕਾਉਣ ਵਾਲਾ, ਇਹ ਖੇਡ ਕੋਈ ਹੋਰ ਨਾ ਲੈ ਲੇ। ਖੇਡ ਉਹ ਜੱਫਾ ਮਾਰ ਕੇ ਬੈਠਾ ਹੈ, ਨਾਲੇ ਰੋਂਦਾ ਹੈ। ਜੇ ਕਰ ਇੱਕ ਹੀ ਖੇਡ ਹੁੰਦੀ ਤੇ ਉਹਦੇ ਨਾਲ ਖੇਡਦਾ ਰਹਿੰਦਾ। ਉਹਨੂੰ ਪਤਾ ਹੁੰਦਾ ਕਿ ਮੇਰੇ ਕੋਲ ਹੋਰ ਕੋਈ ਲੈਣ ਵਾਲਾ ਨਹੀਂ ਹੈ। ਦਾਤੇ ਨੇ ਜਿਹਨੂੰ ਜਿੰਨੀ ਕੁ ਵਸਤੂ ਦਿੱਤੀ ਹੈ, ਕਈ ਉਸੇ ਦੇ ਵਿੱਚ ਝੁੱਗੀ ਵਿੱਚ ਰਹਿ ਕੇ ਆਪਣੀ ਸੋਹਣੀ ਜ਼ਿੰਦਗੀ ਜੀ ਰਹੇ ਨੇ। ਕਈਆਂ ਕੋਲ ਰੱਬ ਨੇ ਬਹੁਤ ਸਾਰੀ ਖੇਡ ਦਿੱਤੀ, ਉਹਨੂੰ ਜੱਫਾ ਮਾਰ ਕੇ ਬੈਠੇ ਨੇ। ਉਹਨਾਂ ਕੋਲੋਂ ਖੇਡਿਆ ਨਹੀਂ ਜਾਂਦਾ, ਉਹਨਾਂ ਕੋਲੋਂ ਜੀਵਿਆ ਨਹੀਂ ਜਾਂਦਾ। ਜਿਵੇਂ ਇੱਕ ਨਿਆਣੇ ਨੂੰ 4-5-6 ਖੇਡਾਂ ਫੜਾ ਦਈਏ, ਖਿਡੌਣੇ ਫੜਾ ਦਈਏ, ਖੇਡਦਾ ਨਹੀਂ, ਜੱਫਾ ਮਾਰ ਕੇ ਬਹਿੰਦਾ, ਨਾਲੇ ਰੋਂਦਾ ਹੈ। ਕਿਤੇ ਸਾਡੇ ਨਾਲ ਐਵੇਂ ਕੁਝ ਤੇ ਨਹੀਂ ਹੋ ਰਿਹਾ। ਸਾਹਿਬ ਜੀ ਕਹਿੰਦੇ ਨੇ, ਭੱਟ ਗਿਆਨੰਦ ਜੀ ਕਹਿੰਦੇ ਨੇ, ਵਾਹ ਰੱਬਾ, ਤੇਰਾ ਇਹ ਇੱਕ ਖੇਡ ਹੈ। ਤੇਰੀ ਇਸ ਰਚਨਾ ਨੂੰ ਕਿਸੇ ਨੇ ਜਾਣਿਆ, ਕਿਸੇ ਵਿਰਲੇ ਹੀ ਨੇ। ਵਾਹ ਕਾ ਵੱਡਾ ਤਮਾਸ਼ਾ ਕਿਨੇ ਜਾਣਿਆ, ਆਪੇ ਹਸੈ ਆਪ ਹੀ ਚਿਤਵੈ। ਜਾਣਿਆ ਪਤਾ ਕਿਨੇ? ਜਿਹਨੂੰ ਇਹ ਪਤਾ ਲੱਗ ਗਿਆ ਕਿ ਕਾਇਆ ਸਰੀਰ ਰੂਪੀ ਬੇੜੀ ਦੇ ਵਿੱਚ ਪ੍ਰਮਾਤਮਾ ਆਪ ਮਲਾਹ ਬਣ ਕੇ ਬੈਠਾ ਹੈ। ਜਿੱਦਨ ਮਲਾਹ ਨਹੀਂ ਹੋਵੇਗਾ, ਬੇੜੀ ਨਹੀਂ ਚੱਲੇਗੀ। ਉਹ ਸਾਡੇ ਵਿੱਚ ਆਪ ਇਸ ਕਾਇਆ ਵਿੱਚ ਮਲਾਹ ਬਣ ਕੇ ਬੈਠਾ ਹੈ। ਇਹ ਸਾਡੀ ਬਾਡੀ ਨੂੰ ਇਸ ਡਰਾਈਵ ਕੌਣ ਕਰਦਾ ਹੈ? ਰੱਬ ਆਪ ਕਰਦਾ ਹੈ। ਇਹ ਜਗ ਸੱਚੇ ਕੀ ਹੈ? ਕੋਠੜੀ। ਫਿਰ ਸੱਚੇ ਕਾ ਵਿੱਚ ਵਾਸ। ਤੇ ਜਦੋਂ ਸੱਚੇ ਦਾ ਵਿੱਚੋਂ ਵਸੇਬਾ ਨਿਕਲ ਜਾਂਦਾ ਹੈ, ਕੋਈ ਨੇੜੇ ਨਹੀਂ ਆਉਂਦਾ, ਟੱਚ ਵੀ ਨਹੀਂ ਕਰਦਾ, ਨਾਮ ਹੀ ਨਹੀਂ ਲੈਂਦਾ। ਪਰ ਜਿੰਨਾ ਚਿਰ ਇਹਦਾ ਵਿੱਚ ਪ੍ਰਮਾਤਮਾ ਦਾ ਨਿਵਾਸ ਸੀਗਾ, ਉਹਨਾਂ ਚਿਰ ਸਾਰਿਆਂ ਦੇ ਰਿਸ਼ਤੇ ਸਨ, ਉਹਨਾਂ ਚਿਰ ਸਾਰਿਆਂ ਦੀ ਰਿਲੇਸ਼ਨਸ਼ਿਪ ਸੀ। ਖਤਮ ਹੋ ਗਈ ਕਿਆ? ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੋਈ ਕੁਦਰਤ ਸਾਜੀ ਹੈ। ਇੱਕ ਪ੍ਰਮਾਤਮਾ ਨੇ ਫਿਰ ਖੇਡ, ਇਹ ਕੁਦਰਤ ਬਣਾਈ ਹੈ, ਸਾਜੀ ਹੈ। ਕਰ ਆਸਣ ਡਿਠੋ ਚਾਓ, ਕਿਆ ਆਪੇ ਹਸੈ ਆਪ ਹੀ ਚਿਤਵੈ। ਬੰਦੇ ਨੂੰ ਚਿੰਤਾ ਲੱਗੀ ਹੋਈ ਹੈ, ਚਿਤਵਦਾ ਰਹਿੰਦਾ ਹੈ, ਚਿੰਤਾ ਕਰਦਾ ਰਹਿੰਦਾ ਹੈ, ਮੇਰੇ ਪੁੱਤਰ ਦਾ, ਮੇਰੇ ਪਰਿਵਾਰ ਦਾ, ਮੇਰੇ ਫਲਾਣੇ ਦਾ ਕੀ ਬਣੇਗਾ। परमात्मा ने आप ही चितवदा है, वो परमात्मा आप ही चिंतन करता है। बंदा ते बंदे नूं कई वारी
ਭੁੱਲ ਜਾਂਦਾ ਹੈ ਤੇ ਜੇ ਕਿਤੇ ਰੱਬ ਭੁੱਲ ਜਾਏ, ਪਰਮਾਤਮਾ ਭੁੱਲ ਜਾਏ, ਖਾਣ ਨੂੰ ਨਾ ਦਏ, ਫਿਰ ਨਹੀਂ, ਉਹ ਕਦੀ ਵੀ ਭੁੱਲਦਾ ਨਹੀਂ ਹੈ। ਉਹ ਪੱਥਰਾਂ ਦੀਆਂ ਚਟਾਰਾਂ ਦੇ ਵਿੱਚ ਜੀਵ ਜੰਤੂ ਨਹੀਂ, ਉਹਨਾਂ ਨੂੰ ਵੀ ਦਿੰਦਾ ਹੈ। ਰੋਜੀ ਦਹਿੰਦ ਹੈ ਕਿ ਰਾਜ ਕਰਹਿੰਦ ਹੈ, ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ। ਉਹ ਰੋਜੀ ਦੇ ਰਿਹਾ ਹੈ, ਕਦੀ ਵੀ ਨਹੀਂ ਭੁੱਲਦਾ। ਉਹਨੂੰ ਤੇ ਇੰਨਾ ਫਿਕਰ ਹੈ ਤੇਰਾ। ਜਦੋਂ ਮਾਂ ਦੀ ਕੁੱਖ ਵਿੱਚ ਬਾਲਕ ਦਾ ਜਨਮ ਹੋਣਾ ਹੈ, ਜੇ ਹੋਣ ਵਾਲਾ ਨਹੀਂ, ਅਸਤਨਾ ਵਿੱਚ ਦੁੱਧ ਪਹਿਲਾਂ ਆ ਗਿਆ, ਕੋਈ ਇੰਤਜ਼ਾਮ ਨਹੀਂ ਸੀ ਕੀਤਾ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੈ, ਇਹ ਖੇਡ ਹੈ। ਇਸ ਖੇਡ ਨੂੰ ਕੌਣ ਜਾਣੇਗਾ? ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੈ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ। ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਮਾਂ ਦੀ ਕੁੱਖ ਵਿੱਚ ਅੱਗ ਹੈ, ਪਾਣੀ ਹੈ, ਪੁੱਠਾ ਲਟਕਦਾ ਹੈ, ਪਾਣੀ ਵਿੱਚ ਮਿੱਟੀ ਰੱਖ ਦਈਏ ਉਸੇ ਵੇਲੇ ਗਲ ਜਾਂਦੀ ਹੈ, ਪਰ ਸਰੀਰ ਵੀ ਮਿੱਟੀ ਦਾ, ਉੱਥੇ ਤੇ ਕੋਈ ਨਹੀਂ ਗਲਿਆ, ਉੱਥੇ ਕੋਈ ਨਹੀਂ ਗਲਿਆ। ਉੱਥੇ ਅੱਗ ਵੀ ਹੈ, ਕੋਈ ਸੜਿਆ ਨਹੀਂ ਹੈ। ਉੱਥੇ ਪੁੱਠਾ ਲਟਕਦਾ ਵੀ ਹੈ, ਰੱਬ ਨੇ ਉੱਥੇ ਉਹਨੂੰ ਖੁਰਾਕ ਵੀ ਦਿੱਤੀ ਹੈ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੈ, ਸੋ ਕਿਉਂ ਮਨੋ ਵਿਸਾਰੀਐ। ਮਨੋ ਕਿਉਂ ਵਿਸਾਰੀਐ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਪਹੁੰਚਾਉਂਦਾ ਹੈ। ਇੱਕ ਕਵੀ ਦੇ ਕਿਸੇ ਦੇ ਬੋਲ ਨੇ, ਜਬ ਦਾਂਤ ਨਾ ਤਬ ਦੁੱਧ ਦਿਆ, ਦਾਂਤ ਦੀਏ ਕਿਆ ਰੋਜੀ ਨਾ ਦਾ ਹੈ। ਜਬ ਉਹ ਦੰਦ ਨਹੀਂ ਸਨ, ਮਨੁੱਖਾ ਜਨਮ ਹੋਇਆ, ਤੈਨੂੰ ਦੁੱਧ ਮਿਲ ਗਿਆ। ਜਦੋਂ ਤੂੰ ਜੋਬਨ ਭਰ ਵਿੱਚ ਆਇਆ, ਉਦੋਂ ਤੈਨੂੰ ਤਰ੍ਹਾਂ ਤਰ੍ਹਾਂ ਦੇ ਖਾਣ ਨੂੰ ਪਦਾਰਥ ਮਿਲ ਗਏ, ਪਰ ਭਰੋਸਾ ਤੇ ਰੱਖ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਖੇਡ ਹੈ ਪਰਮਾਤਮਾ ਦੀ, ਬਚਾ ਕੇ ਰੱਖਿਆ। ਜਿਸ ਨੇ ਤੈਨੂੰ ਸਾਜਿਆ, ਬਣਾਇਆ, ਫਿਰ ਸਵਾਰਿਆ, ਸ਼ਿੰਗਾਰਿਆ, ਕੰਨ, ਹੱਥ, ਅੱਖਾਂ, ਸਾਰਾ ਸਟਰਕਚਰ ਸੁੰਦਰ ਤਿਆਰ ਕਰ ਦਿੱਤਾ। ਗਰਭ ਅਗਨ ਮੈਂ ਜਿਨੇ ਉਬਾਰਿਆ, ਫਿਰ ਕਿਆ ਬਾਰ ਵਿਵਸਥਾ। ਜਦੋਂ ਛੋਟਾ ਸੀਗਾ, ਨਿੱਕਾ ਜਿਹਾ ਸੀ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਤੈਨੂੰ ਦੁੱਧ ਮਿਲਿਆ, ਭਰ ਜੋਬਨ, ਭੋਜਨ, ਸੁੱਖ ਸਹੂਲਤਾਂ ਮਿਲ ਗਈਆਂ। ਪਰ ਤੂੰ ਐਵੇਂ ਕਿਉਂ ਤਿਲ ਮਿਲਾਉਂਦਾ ਰਹਿਣਾ ਹੈ? ਐਵੇਂ ਕਿਉਂ ਬੁਖਲਾਇਆ ਰਹਿਣਾ ਹੈ? ਐਵੇਂ ਕਿਉਂ ਨਸ ਭੱਜ ਦੇ ਵਿੱਚ ਲੱਗਾ ਹੈ? ਕਦੀ ਉਸ ਪਰਮਾਤਮਾ ਨੂੰ ਚੇਤੇ ਕਰਿਆ ਕਰ। ਉਹ ਤੇਰੇ ਵਿੱਚ ਆਪ ਬੈਠਾ ਹੋਇਆ ਹੈ, ਪਰ ਤੈਨੂੰ ਉਹਦਾ ਚਾਨਣਾ ਲੈਣਾ ਨਹੀਂ ਆਇਆ। ਸੂਰਜ ਤੇ ਚੜਿਆ ਹੈ, ਦਰਵਾਜ਼ੇ ਬੰਦ ਕੀਤੇ ਹੋਏ ਨੇ, ਅੱਗੇ ਪਰਦੇ ਲਾਏ ਨੇ, ਕਹੋ ਕੋਈ ਚਾਨਣਾ ਨਹੀਂ। ਹੋਣੇ ਬੈਠੇ ਬੈਠੇ ਅੱਖਾਂ ਬੰਦ ਕਰ ਲੋ, ਕਹਿੰਦੇ ਲਾਈਟ ਹੀ ਕੋਈ ਨਹੀਂ ਹੈਗੀ। ਹੈਗੀ ਹੈ, ਚਾਨਣਾ ਹੈਗਾ, ਅੱਖਾਂ ਖੋਲ। ਮੇਰੇ ਸਾਹਿਬ ਜੀ ਕਹਿੰਦੇ ਨੇ, ਬੰਦਿਆਂ ਪ੍ਰਮਾਤਮਾ ਦੇ ਦਰਸ਼ਨ ਕਰ, ਅੱਖਾਂ ਖੋਲ ਕੇ ਕਰ, ਸੁਰਤ ਰੂਪੀ ਨੇਤਰ ਖੋਲ ਕੇ ਕਰ ਉਸ ਮਾਲਕ ਦੇ। ਤੂੰ ਬਾਹਰ ਦੀ ਇਹਨਾਂ ਅੱਖਾਂ ਨਾਲ ਬਾਹਰ ਦੇ ਦ੍ਰਿਸ਼ ਵੇਖ ਰਿਹਾ ਹੈ, ਸੁਰਤ ਰੂਪੀ ਨੇਤਰਾਂ ਦੇ ਨਾਲ ਪ੍ਰਮਾਤਮਾ ਦੇ ਦੀਦਾਰ ਕਰ ਵੇਖ। ਆਪੇ ਹਸੈ ਆਪ ਹੀ ਚਿਤਵੈ, ਉਹ ਆਪ ਹੀ ਤੇਰੇ ਅੰਦਰ ਬੈਠਾ ਹੋਇਆ ਹੈ, ਸਾਰੇ ਭੋਗ ਭੋਗ ਰਿਹਾ ਹੈ ਤੇ ਆਪ ਹੀ ਤੇਰਾ ਚਿੰਤਨ ਕਰਦਾ। ਆਪੇ ਚੰਦ, ਚਾਨਣਾ ਦੇਣ ਵਾਲਾ। ਚੰਦ ਮੀਨਸ ਚਾਨਣਾ ਦੇਣ ਵਾਲਾ, ਚੰਦ ਦੇ ਚਾਨਣੀ ਰਾਤ ਜਿਹਨੂੰ ਕਹਿੰਦੇ ਆ। ਸੂਰ, ਸੂਰ ਦਾ ਅਰਥ ਹੈ ਸੂਰਿਆ। ਪ੍ਰਕਾਸ਼ਾ ਦਾ ਅਰਥ ਹੈ ਅੰਧਕਾਰ ਚੋਂ ਕੱਢ ਕੇ ਨਿਰੰਕਾਰ ਦਾ ਮਾਰਗ ਵਿਖਾਉਣ ਵਾਲਾ। ਹੁਣ ਧਿਆਨ ਦਿਆ ਜੇ, ਅੱਖਾਂ ਕੰਮ ਕਰ ਰਹੀਆਂ ਨੇ, ਬਿਲਕੁਲ 9 ਬਰ 9 ਅੱਖਾਂ ਨੇ, ਪਰ ਰਾਤ ਪਈ ਹੋਵੇ, ਕਾਲੀ ਬੋਲੀ ਰਾਤ ਹੋਵੇ, ਅੰਧਕਾਰ ਹੋਵੇ, ਇਹ ਅੱਖਾਂ ਕੁਝ ਵੀ ਨਹੀਂ ਵੇਖ ਸਕਦੀਆਂ। ਇਹਨਾਂ ਅੱਖਾਂ ਦੇ ਨਾਲ ਕੁਝ ਵੇਖਿਆ ਨਹੀਂ ਜਾ ਸਕਦਾ ਕਿ ਉਹ ਹਨੇਰਾ ਪਿਆ ਹੈ। ਜਿਵੇਂ ਹੀ ਚਾਨਣਾ ਹੋਇਆ, ਬਾਹਰ ਦਾ ਚਾਨਣਾ ਮਿਲਿਆ, ਤੇ ਇਹਨਾਂ ਅੱਖਾਂ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬੰਦਿਆ, ਜਿੱਦਣ ਤੈਨੂੰ ਗੁਰੂ ਦੀ ਬਾਣੀ ਦਾ, ਗੁਰੂ ਦੇ ਸ਼ਬਦ ਦਾ ਚਾਨਣਾ ਮਿਲੇਗਾ ਨਾ, ਉਦੋਂ ਤੇਰੇ ਸੁਰਤ ਰੂਪੀ ਨੇਤਰ ਵੀ ਕੰਮ ਕਰਨਾ ਸ਼ੁਰੂ ਕਰ ਦੇਣਗੇ। ਜਿੰਨਾ ਚਿਰ ਗੁਰੂ ਸ਼ਬਦ ਦਾ ਤੈਨੂੰ ਚਾਨਣਾ ਨਹੀਂ ਮਿਲਦਾ ਨਾ, ਗੁਰੂ ਦੇ ਸ਼ਬਦ ਦੇ ਚਾਨਣੇ ਵਿੱਚ ਨਹੀਂ ਆਉਂਦਾ, ਉਹਨਾਂ ਚਿਰ ਸੁਰਤ ਰੂਪੀ ਨੇਤਰ ਨਹੀਂ ਖੁੱਲਣੇ। ਫਿਰ ਪਕੜ ਵਿੱਚ ਗੱਲ ਆ ਜਾਵੇ, ਕਾਲੀ ਬੋਲੀ ਰਾਤ ਹੋਵੇ, ਅੱਖਾਂ ਕੰਮ ਕਰ ਰਹੀਆਂ ਨੇ, ਅੱਖਾਂ ਦੇਖ ਸਕਦੀਆਂ ਨੇ, ਪਰ ਦਿਸਦਾ ਨਹੀਂ।
ਉਹਨੂੰ ਬਾਹਰ ਦੇ ਚਾਨਣੇ ਦੀ ਲੋੜ ਹੈ। ਇਸੇ ਤਰ੍ਹਾਂ ਜੇ ਪ੍ਰਮਾਤਮਾ ਨੂੰ ਵੇਖਣਾ ਹੈ ਤੇ ਗੁਰੂ ਸ਼ਬਦ ਦੇ ਚਾਨਣੇ ਦੀ ਲੋੜ ਹੈ। ਰੱਬ ਅੰਦਰੋਂ ਹੀ ਤੈਨੂੰ ਸੁਰਤ ਰੂਪੀ ਨੇਤਰਾਂ ਦੇ ਨਾਲ ਤੈਨੂੰ ਦੀਦਾਰ ਹੋ ਜਾਣਗੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪਰਗਾਸਾ, ਆਪੇ ਜਲ ਆਪੇ ਥਲ ਥੰਮਨ, ਆਪ ਹੀ ਜਲ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਣ ਤਰੀਜੈ। ਉਹ ਜਲ ਵਿੱਚ ਵੀ ਹੈ, ਉਹ ਥਲ ਵਿੱਚ ਵੀ ਹੈ, ਉਹ ਸਪੇਸ ਵਿੱਚ ਵੀ ਹੈ, ਉਹ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਔਰ ਉਹਨੂੰ ਵਿਆਪਕ ਜਾਣ, ਉਹ ਕਣ ਕਣ ਦੇ ਵਿੱਚ ਸਮਾਇਆ ਹੋਇਆ। ਕਾਰਨ ਕੀ ਹੈ? ਉਹ ਅਦ੍ਰਿਸ਼ਟ ਹੈ, ਉਹ ਦਿਸਣ ਵਾਲਾ ਨਹੀਂ। ਉਹ ਅਦ੍ਰਿਸ਼ਟ ਹੈ, ਉਹ ਦ੍ਰਿਸ਼ਟ ਮਾਨ ਤੇਰੇ ਅੰਦਰ ਹੋ ਕੇ ਬੈਠਾ ਹੋਇਆ ਹੈ। ਅਦ੍ਰਿਸ਼ਟ ਕਿਵੇਂ? ਜਿਹੜਾ ਸਾਡਾ ਮਨ ਵੀ ਹੈ ਨਾ, ਇਹ ਵੀ ਅਦ੍ਰਿਸ਼ਟ ਹੈ। ਹੁਣ ਅੱਖਾਂ ਵੇਖਦੀਆਂ ਨੇ, ਸਵਾਦ ਕੌਣ ਮਾਣਦਾ ਹੈ? ਅੱਖਾਂ ਵੇਖਣ ਦਾ ਮਨ ਮਾਣਦਾ ਹੈ। ਕੰਨ ਜਿਹੜੇ ਨੇ ਸੁਣਦੇ ਨੇ ਤੇ ਆਨੰਦ ਕੌਣ ਮਾਣਦਾ ਹੈ? ਮਨ ਮਾਣਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਉਹ ਅਦ੍ਰਿਸ਼ਟ ਹੈ, ਉਹ ਤੇ ਦਿਸਦਾ ਹੀ ਨਹੀਂ ਹੈ। ਕੰਨਾਂ ਤੋਂ ਸੁਣ ਰਿਹਾ ਹੈ, ਕਈ ਵਾਰੀ ਰਸਨਾ ਨਾਲ ਖਾ ਲਿਆ, ਕਹਿੰਦੇ ਵੀ ਖਾਧਾ ਤੇ ਆਨੰਦ ਆ ਗਿਆ, ਬੜਾ ਸੋਹਣਾ ਸੀ ਪਦਾਰਥ ਬਣਿਆ। ਦ੍ਰਿਸ਼ ਵੇਖੇ, ਕਹਿੰਦੇ ਨੇ ਵਾਹ ਵੀ ਵਾਹ, ਉਹਦੀ ਕਲਾ ਵੇਖ ਕੇ ਆਨੰਦ ਆ ਗਿਆ। ਕੰਨਾਂ ਨਾਲ ਸੁਣਿਆ, ਕਹਿੰਦੇ ਨੇ ਵਾਹ ਫਲਾਣੇ ਨੇ ਬੜਾ ਗਾਇਆ, ਆਨੰਦ ਆ ਗਿਆ। ਕਿਹਨੂੰ ਆਇਆ? ਮਨ ਨੂੰ ਆਇਆ। ਮਨ ਨੂੰ ਆਨੰਦ ਆਉਂਦਾ ਹੈ, ਮਨ ਹੀ ਪ੍ਰਸੰਨ ਹੁੰਦਾ ਹੈ, ਮਨ ਹੀ ਖੁਸ਼ ਹੁੰਦਾ ਹੈ ਤਮਾਸ਼ਾ ਖੇਡ ਵੇਖ ਕੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਆਪੇ ਜਲ ਆਪੇ ਥਲ ਥੰਮਨ। ਇਸੇ ਤਰ੍ਹਾਂ ਉਹ ਰੱਬ ਪ੍ਰਮਾਤਮਾ ਸਾਰਿਆਂ ਵਿੱਚ ਆਪ ਬੈਠ ਕੇ ਹੀ ਉਹ ਸਾਰਿਆਂ ਦੇ ਭੋਗ ਭੋਗ ਰਿਹਾ ਹੈ। ਤੇ ਜਿਹੜੇ ਸਿੱਧੇ ਮਾਰਗ ਤੇ ਚੱਲਦੇ ਨੇ, ਸਤਿਗੁਰੂ ਜੀ ਉਹਨਾਂ ਤੇ ਰਹਿਮਤਾਂ ਵਰਤਾ ਦਿੰਦੇ ਨੇ। ਉਹ ਆਪ ਹੀ ਸਪੇਸ ਵਿੱਚ ਹੈ, ਆਪ ਹੀ ਧਰਤੀ ਵਿੱਚ ਹੈ। ਆਪੇ ਜਲ ਆਪੇ ਥਲ ਧਰਤੀ ਥੰਮਣ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ। ਪੜਦੇ ਨਾ, ਪ੍ਰਾਣੀ ਜਲ ਕੀ ਭੀਤ, ਇੱਥੋਂ ਸ਼ੁਰੂ ਹੈ। ਜਲ ਕੀ ਭੀਤ ਪਵਨ ਕਾ ਥੰਬਾ, ਥੰਮ ਭੀਤ ਕਹਿੰਦੇ ਨੇ ਕੰਧ। ਤੇ ਰੱਬ ਦੀ ਵੇਖੋ ਖੇਡ ਕਿਹੋ ਜੀ, ਉਹਨੇ ਪਾਣੀ ਦੀ ਕੰਧ ਬਣਾਤੀ। ਹੁਣ ਬੰਦਾ ਬਣਾ ਸਕਦਾ ਪਾਣੀ ਦੀ ਕੰਧ? ਜਲ ਕੀ ਭੀਤ ਪਵਨ, ਪਵਨ ਮੀਨਸ ਹਵਾ। ਆ ਪਿੱਲਰ ਜਿਹੜੇ ਨੇ ਸੀਮਿੰਟ ਦੇ ਲੱਗੇ ਨੇ, ਬਿਲਡਿੰਗ ਖਲੋਤੀ ਹੋਈ ਹੈ, ਤੇ ਹਵਾ ਦੇ ਥੰਮੇ ਤੇ ਬਿਲਡਿੰਗ ਖਲੋ ਜਾਏਗੀ। ਇਹ ਰੱਬ ਹੈ। ਇਹ ਕਾਇਆ ਸਰੀਰ ਹਵਾ ਦੀ ਥੰਮੀ ਦਿੱਤੀ ਹੋਈ ਹੈ ਇਹਨੂੰ। ਤੇ ਜਿੱਦਣ ਹਵਾ ਦੀ ਥੰਮੀ ਕੱਢ ਲਈ, ਰੱਬ ਦੀ ਖੇਡ ਹੀ ਹੈ। ਤੇ ਇਸ ਬਿਲਡਿੰਗ ਨੇ ਡਿੱਗ ਜਾਣਾ ਹੈ। ਹਵਾ ਦੀ ਥੰਮੀ ਹਟਾਉਣ ਦੀ ਦੇਰ ਹੈ। ਜਲ ਕੀ ਭੀਤ, ਪਾਣੀ ਦੀ ਕੰਧ, ਹਵਾ ਦੀ ਥੰਮੀ। ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਫਿਰ ਕਿਆ? ਹਾੜ ਮਾਸ ਨਾੜੀ ਕੋ ਪਿੰਜਰ। ਨਾੜਾਂ ਅਤੇ ਪਿੰਜਰਾਂ ਹੱਡੀਆਂ ਦਾ ਬਣਾਇਆ ਹੋਇਆ ਹੈ, ਵਿੱਚ ਜਿੰਦੜੀ ਵਸਣ ਡਈ ਹੈ ਪੰਖੀ ਰੂਪ ਵੇਖ ਛੋ ਕੇ। ਪੰਖੀ ਬਸੈ ਵਿਚਾਰਾ। ਇਹ ਜਿੰਦ ਇੱਕ ਪਕਸ਼ੀ ਰੂਪ ਹੋ ਕੇ ਉਹਦੇ ਵਿੱਚ ਵਸ ਰਹੀ ਹੈ। ਰੱਬ ਦੀ ਖੇਡ ਹੈ ਨਾ ਇਹ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਕੀ ਪ੍ਰਾਣੀ ਤੇਰਾ ਤੇ ਕੀ ਮੇਰਾ? ਇਹ ਤੇ ਜਿਵੇਂ ਇੱਕ ਪਕਸ਼ੀ ਇੱਕ ਪਿੰਜਰੇ ਰੂਪੀ ਹੱਡੀਆਂ ਦੇ ਵਿੱਚ ਹੈ, ਹੱਡ ਮਾਸ ਨਾੜਾਂ, ਇਹਦਾ ਇੱਕ ਸਟਰਕਚਰ ਤਿਆਰ ਕੀਤਾ ਹੈ। ਜਿਵੇਂ ਕੋਈ ਬਿਲਡਿੰਗ ਬਣਾਉਂਦਾ ਹੈ, ਉਹਨੂੰ ਮਸਾਲੇ ਆਦਿਕ ਲਾ ਕੇ, ਲੀਟਾਂ ਲਾ ਕੇ, ਸਰੀਆ ਪਾ ਕੇ ਕੰਧ ਬਣਾ ਦਿੰਦਾ ਹੈ, ਉਹਦੀ ਤੇ ਫਿਰ ਵੀ ਕੋਈ ਮਨਿਆਦ ਹੈ। ਆ ਜਿਹੜਾ ਰੱਬ ਨੇ ਇਹ ਅਚਰਜ ਖੇਡ ਬਣਾਈ ਹੈ ਨਾ ਤੇਰੀ, ਹਵਾ ਦੀ ਥੰਮੀ, ਕੋਈ ਪਤਾ ਨਹੀਂ ਇਹਨੇ, ਉਹਨੇ ਮਾਲਕ ਨੇ ਹਵਾ ਦੀ ਥੰਮੀ ਕਦੋਂ ਕੱਢ ਦੇਣੀ ਹੈ, ਤੇ ਪਾਣੀ ਦੀ ਕੰਧ ਕਦੋਂ ਡਿੱਗ ਪੈਣੀ ਹੈ, ਇਹਦੀ ਕੋਈ ਮਨਿਆਦ ਨਹੀਂ ਹੈ। ਖੇਡ ਹੈ, ਓਨਲੀ ਖੇਡ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਆਪੇ ਜਲ ਆਪੇ ਥਲ ਥੰਮਣ, ਆਪੇ ਕੀ ਆ? ਘਟ 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 ਮੈਂ ਹਰ ਜੂ ਬਸੈ। ਘਟ ਘਟ ਤੋਂ ਭਾਵ ਹੈ ਜਿੰਨੇ ਵੀ ਅਸੀਂ ਬੈਠੇ ਹਾਂ ਸਾਡੇ ਸਾਰਿਆਂ ਵਿੱਚ ਹੈ। ਸਾਧ ਵਿੱਚ ਵੀ ਹੈ, ਚੋਰ ਵਿੱਚ ਵੀ, ਠੱਗ ਵਿੱਚ ਵੀ ਹੈ, ਹਰ ਇੱਕ ਵਿੱਚ ਹੈ।
पर किसी ने उन्हें वेख लिया सुरत रूपी नेत्रां दे नाल, किसी ने वेख्या नहीं। ते जिन्हें वेख लिया है उसने रस मान लिया, उसका जीवन सफला हो गया। जिन्हें नहीं वेखिया वो अज्ञानता के नेरे विच तुरिया फिरदा। जिन्हें अखां खोल लईआं उन्होंने दिस गया, जिन्हें अखां बंद कीतियां ने उहदे वास्ते नेरा है। पट ज्ञानंद जी कह रहे ने, आपे कीआ घट घट मैं हारजू बसै। रब जिहड़ा सारियां विच वसदा है, पर किवें दिसदा क्यों नहीं जी? दिसदा इस करके नहीं, तेल नाल दीवा भरिया होए, बट्टी विच पाई है, पर उन्होंने भी दीवा ही कवांगे, वो है दीवा। ते जिहड़ा जग रहा वो भी दीवा, पर एक जग नहीं रहा, एक चानना कर रहा है। ते जे कहा जाए भी अज दे विच चानना नहीं, ते सियाणा कहेगा तेल भी है, बट्टी भी है, काम इन्ना की रह गया, बाकी केड़ा जी? माड़ी जी चिंगारी छवाउण दी लोड़ है, चानना हो जाएगा। बंदिया रब तेरे अंदर है, दुध दे विच घिओ है, जाग लाउण दी लोड़ है। दीवे दे विच चानना है, चिंगारी छवाउण दी लोड़ है। तेरे अंदर परमात्मा है, शब्द गुरु दा जाग लाउण दी लोड़ है। जिदन शब्द गुरु दा जाग लग जाएगा, तेरे अंदरों ही प्रगट हो जाना है उन्हें, परमात्मा ने तेनों अंदरों ही उसनों उस दे दीदार हो जाने ने, दर्शन हो जाने ने। कि आपे कीआ घट घट बसा, वो सारियां विच उस परमात्मा दा वसेबा है, वो सारियां विच वस रहा है। आपे नर आपे फुन नारी, फुन मीनस मुड़ के, अते आपे ही वो नर ते मदीन दे विच आप ही वस रहा। नर मादा दे विच आप है, ये नहीं है नर विच है ते मादा च नहीं है, मादा विच है नर विच नहीं है, सारियां विच है। आपे नर आपे फुन नारी, आपे सार आप ही पासा। नरदा जिहड़ी खेड खेडी जाती है, वो नरदा भी आप है, खेडण वाला भी आप है, खिडारी भी आप है। वो सारियां नूं खिडा रहा है, सारियां नूं चला रहा है वो, क्योंकि बहुत बड़ा संचालक है, सारी सृष्टि नूं चलाई जा रहा है। किवें चला रहा है? आपां रोज पढ़दे, तुम दाते ठाकुर प्रतिपालक, नायक खसम हमारे, निमख निमख तुम ही प्रतिपालो हो। प्रतिपालना करता है वो संचालक, साड़ी रोज पालना कर रहा है, सन चला रहा है। निमख निमख अख दे झमकण जितना समा भी सानू विसारदा नहीं, असी ते महीनियां बधी विसार छड्डने आ। महीनियां बधी किधरे संक्रांत वाले दिन कहने गुरुद्वारे जावांगे, असी ते महीनियां बधी विसारी रखने आ, पर सानू एक पल भी नहीं विसारदा। निमख निमख तुम ही प्रतिपालो, कारण हम बारिक तुमरे धारे, बनाए हुए हैं, तेरे सजाए हुए हैं, तू सानू पैदा किया है, ते सारियां विच वरत रहा है। मेरे साहब जी कहते गुरमुख संगत सबै विचारो, एक नहीं दो नहीं भाई, गुरु दी संगत राही सारे ही उस परमात्मा दी शलाघा करो, विचारो, विचार नाल शलाघा करो। आपां पढ़दे ना, अमृत वेला सच नाओ की वडियाई विचार। जे उहदी शलाघा करनी है, वडियाई करनी है, तो विचार दे नाल कर, अंधकार दे विच नहीं, बेविश्वासा हो के नहीं। विचार तेरे अंदर विचार होवे, विचार दे नाल उस निरंकार दी वडियाई कर। जदों भी असीं कोई भी काम करदे हां, पहलां विचारदे हां, डिसीजन लैंदे हां, विचारदे हां बेनीफिट की है, साडा लॉस की है, फिर असीं उस डिसीजन लैके उहदे काम ते तुरदे हां। मेरे साहब जी कहते जदों तू परमात्मा दी रहमत बख्शिश दा पात्र बनना है, विचार नाल उसदी वडियाई करिया कर। गुरमुख गुरु दी संगत राही, गुरु दे सन्मुख आ जा, ते तेरे अंदर दा हनेरा दूर हो जाएगा। वाह वाह का बड़ा तमाशा, ये परमात्मा दी खेड है, ये परमात्मा दी रचना है। खेल खेल अखेल खेलन अंत को फिर एक, वो परमात्मा ने जिहड़ी ये खेड रची है, एक दिन ये खेड नूं उसने समेट देना है, पर उन्हें फिर आप रहना है। पास्ट विच भी सी, प्रेजेंट विच भी, फ्यूचर विच भी वो आप रहेगा। सत साच श्री निवास आद पुरख सदा तू ही, वाहिगुरु वाहिगुरु वाहिगुरु
वाहे जियो। वो परमात्मा जिहड़ा है सदा रहन वाला है। आद सच जुगाद सच है भी सच, नानक होसी भी सच। पर गुरु कृपा करे ये जिहड़ी खेड है अखी देख न रजियां बहु रंग तमाशे, ये जिहड़ी खेड है हे मेरे मालक सानू समझ आ जावे। तुसी आप कृपा करो। असी ते इस रचना विच ही फसे पए हाँ, इस बाहर दे दृश्यां विच ही गिरसे पए हाँ। कृपा आप करो, मन दा हनेरा दूर करके, अज्ञानता दा हनेरा दूर करके, चानना दे के, रोशनी दे के अपना लड़ आप फड़ा देवो। सारे गुरु चरना पास करो अरदास। मेरियां भुल्लां ना चितारदियां शीश दिया जे, गुरु शब्द दी विचार करदी मैनू भी समझ आ जावे। बुलाओ फतेह। वाहिगुरु जी का खालसा, वाहिगुरु जी की फतेह।